ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਪਾਂ ਬਹੁਤ ਹੀ ਇੱਕ ਇੰਪੋਰਟੈਂਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਮੈਥਸ ਦੀ, ਤੇ ਉਸ ਦੇ ਵਿੱਚ ਪਹਿਲਾ ਚੈਪਟਰ ਆਪਾਂ ਰੇਸ਼ੋ ਐਂਡ ਪ੍ਰੋਪੋਰਸ਼ਨ ਕਰ ਰਹੇ ਹਾਂ। ਅੱਜ ਉਸੇ ਚੈਪਟਰ ਦਾ ਪੰਜਵਾਂ ਲੈਕਚਰ ਆਪਾਂ ਕਰਨ ਜਾ ਰਹੇ ਹਾਂ। ਬਹੁਤ ਹੀ ਇੰਪੋਰਟੈਂਟ ਕੁਐਸਚਨਸ ਅੱਜ ਆਪਾਂ ਕਰਨੇ ਆ। ਆਈ ਹੋਪ ਸੋ ਤੁਸੀਂ ਵੀ ਨਾਲ ਪ੍ਰੈਕਟਿਸ ਕਰ ਰਹੇ ਹੋਵੋਗੇ। ਜਿਹੜੀਆਂ ਵਰਕਸ਼ੀਟਸ ਅਸੀਂ ਰੁਪਿੰਦਰ ਸਿੱਧੂ ਅਕੈਡਮੀ ਐਪ ਤੇ ਪ੍ਰੋਵਾਈਡ ਕਰਵਾ ਰਹੇ ਹਾਂ, ਉਹ ਵੀ ਆਈ ਹੋਪ ਸੋ ਤੁਸੀਂ ਨਾਲ ਦੀ ਨਾਲ ਸੋਲਵ ਕਰ ਰਹੇ ਹੋਵੋਗੇ। ਇਹ ਜਿਹੜਾ ਚੈਪਟਰ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਕੀ ਹੈ, ਬੇਸ ਹੈ। ਤਾਂ ਬੇਸ ਲਈ ਤੁਹਾਨੂੰ ਕੀ ਇੰਪੋਰਟੈਂਟ ਹੈ, ਪ੍ਰੈਕਟਿਸ ਇੰਪੋਰਟੈਂਟ ਹੈ। ਜੇ ਤੁਸੀਂ ਆਪਦਾ ਬੇਸ ਸਟਰੋਂਗ ਕਰਨਾ ਹੈ ਤਾਂ ਨਾਲ ਦੀ ਨਾਲ ਐਪ ਤੇ ਜਿਹੜੀਆਂ ਅਸੀਂ ਪੀਡੀਐਫs ਪ੍ਰੋਵਾਈਡ ਕਰ ਰਹੇ ਹਾਂ, ਉਹ ਆਪਦਾ ਕੰਟੈਂਟ ਅਸੀਂ ਬਹੁਤ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਫ੍ਰੀ ਆਫ ਕਾਸਟ ਦਾ ਮਤਲਬ ਇਹ ਨਹੀਂ ਹੈ ਵੀ ਕੰਟੈਂਟ ਦੇ ਵਿੱਚ ਕੋਈ ਕਮੀ ਹੋਊਗੀ। ਕੰਟੈਂਟ ਅਸੀਂ ਕਿਸੇ ਵੀ ਪੇਡ ਕੋਰਸਿਸ ਤੋਂ ਵੀ ਜ਼ਿਆਦਾ ਤੁਹਾਨੂੰ ਬਹੁਤ ਪ੍ਰੋਵਾਈਡ ਕਰ ਰਹੇ ਹਾਂ। ਚਲੋ ਜੀ, ਅੱਜ ਆਪਾਂ ਥੋੜਾ ਜਿਹਾ ਆਪਣਾ ਫਲੋ ਬਣਾਉਣ ਲਈ ਪਹਿਲਾਂ ਇੱਕ ਦੋ ਈਜ਼ੀ ਕੁਐਸਚਨਸ ਕਰ ਰਹੇ ਹਾਂ, ਉਸ ਤੋਂ ਬਾਅਦ ਆਪਾਂ ਦੇਖਿਓ ਕਿਸ ਲੈਵਲ ਦੇ ਕੁਐਸਚਨਸ ਕਰਾਂਗੇ ਅੱਜ। ਚਲੋ ਜੀ, बोले अ सम ऑफ मनी इज टू बी डिस्ट्रीब्यूटेड अमंग ए बी सी डी। एक सम मतलब कुछ पैसे है ਜਿਹੜੇ ਆਪਾਂ ਡਿਸਟ੍ਰੀਬਿਊਟ ਕਰਨੇ ਆ ਚਾਰ ਬੰਦੇ ਕਿਹੜੇ ਆ, ਏ ਬੀ ਸੀ ਤੇ ਡੀ ਦੇ ਵਿੱਚ। ਤੇ ਰੇਸ਼ੋ ਕੀ ਦਿੱਤੀ ਹੋਈ ਹੈ, 5 2 4। ਠੀਕ ਹੈ ਜੀ, 5 ਰੇਸ਼ੋ 2 ਰੇਸ਼ੋ 4 ਰੇਸ਼ੋ 3। ਇਹ ਹੁਣ ਕੀ ਦਿੱਤਾ ਹੋਇਆ ਸਟੂਡੈਂਟਸ, ਇਹ ਦਿੱਤਾ ਹੋਇਆ ਵੀ ਆਪਾਂ ਜਿਹੜਾ ਟੋਟਲ ਅਮਾਉਂਟ ਜਿਹੜੀ ਡਿਸਟ੍ਰੀਬਿਊਟ ਕਰਨੀ ਹੈ ਉਹ ਕਿਸ ਰੇਸ਼ੋ ਚ ਬਣ ਰਹੀ ਹੈ, ਇਸ ਰੇਸ਼ੋ ਚ ਬਣ ਰਹੀ ਹੈ ਚਾਰ ਬੰਦੇ ਦੇ ਵਿੱਚ। ਇਫ ਕਹਿੰਦੇ C gets 1000 more than D, what is B's share। ਹੁਣ ਇੱਥੇ ਕੀ ਕਿਹਾ, ਆਪਾਂ ਨੂੰ ਪਾਰਟਿਕੂਲਰ ਕਿਸੇ ਇੱਕ ਬੰਦੇ ਦਾ ਸ਼ੇਅਰ ਨਹੀਂ ਦਿੱਤਾ, ਇੱਥੇ ਇਹਨਾਂ ਨੇ ਕੀ ਦਿੱਤਾ ਹੈ, ਕਹਿੰਦੇ C ਦਾ ਜਿਹੜਾ ਸ਼ੇਅਰ ਹੈ ਉਹ D ਤੋਂ 1000 ਜ਼ਿਆਦਾ ਹੈ। C ਦਾ ਜਿਹੜਾ ਸ਼ੇਅਰ ਹੈ ਉਹ C ਤੋਂ D ਤੋਂ 1000 ਜ਼ਿਆਦਾ ਹੈ। ਹੁਣ ਦੇਖੋ, ਆ ਸੀ A B C ਤੇ D। ਹੁਣ ਰੇਸ਼ੋ ਦੇ ਵਿੱਚ C D ਤੋਂ ਕਿੰਨਾ ਜ਼ਿਆਦਾ ਹੈ, C ਦੀ ਵੈਲਿਊ ਕਿੰਨੀ ਹੈ 4 ਤੇ D ਦੀ ਵੈਲਿਊ ਕਿੰਨੀ ਹੈ 3। ਤਾਂ ਦੈਟ ਮੀਨਸ ਇਹ ਇੱਕ ਜ਼ਿਆਦਾ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਰੇਸ਼ੋ ਦੀ ਵੈਲਿਊ ਤੇ ਜਿਹੜੀ ਗਿਵਨ ਵੈਲਿਊ ਕੁਐਸਚਨ ਦੇ ਵਿੱਚ ਉਹਨੂੰ ਆਪਾਂ ਇਕੁਏਟ ਕਰ ਲਾਂਗੇ। ਤਾਂ ਇੱਕ ਬਰਾਬਰ ਕਿੰਨਾ ਹੋ ਗਿਆ, ਰੁਪੀਸ 1000। ਦੈਟ ਮੀਨਸ ਇੱਕ ਦੀ ਵੈਲਿਊ 1000 ਹੋ ਗਈ। ਤਾਂ ਉਹਨਾਂ ਨੇ ਪੁੱਛਿਆ B ਦਾ ਸ਼ੇਅਰ ਕਿੰਨਾ ਹੈ, ਤਾਂ B ਦਾ ਸ਼ੇਅਰ ਬਰਾਬਰ 2 ਬਰਾਬਰ ਕਿੰਨਾ ਹੋਊਗਾ, 2000। ਇਹ ਆਪਣਾ ਆਨਸਰ ਆ ਗਿਆ ਆਪਸ਼ਨ C। ਚਲੋ ਜੀ, ਹੁਣ ਸੈਕੰਡ ਕੁਐਸਚਨ ਦੇ ਵਿੱਚ ਕੀ ਹੈ, बोले two numbers are respectively 20% and 50% more than the third number। ਕਹਿੰਦੇ ਕੋਈ ਦੋ ਨੰਬਰ ਹੈ ਜਿਹੜੇ ਕਿਸੇ ਤੀਜੇ ਨੰਬਰ ਤੋਂ ਰਿਸਪੈਕਟਿਵਲੀ 20% ਐਂਡ 50% ਜ਼ਿਆਦਾ ਹੈ। ਤਾਂ ਰਿਸਪੈਕਟਿਵਲੀ ਦਾ ਮਤਲਬ ਮੈਂ ਤੁਹਾਨੂੰ ਕਈ ਵਾਰੀ ਦੱਸ ਚੁੱਕਿਆ। ਰਿਸਪੈਕਟਿਵਲੀ ਮਤਲਬ ਵੀ ਪਹਿਲਾ ਨੰਬਰ 20% ਜ਼ਿਆਦਾ ਹੈ ਐਂਡ ਦੂਸਰਾ ਨੰਬਰ 50% ਜ਼ਿਆਦਾ। ਠੀਕ ਹੈ ਜੀ, ਤਾਂ ਹੁਣ ਮੈਂ ਤੁਹਾਨੂੰ ਦੱਸਿਆ ਹੈ ਵੀ ਜਦੋਂ ਕੋਈ ਵੀ ਇਸ ਟਾਈਪ ਦਾ ਦਿੱਤਾ ਹੋਵੇ, ਵੀ ਕਿਸੇ ਨਾਲ ਕੰਪੈਰੀਜ਼ਨ ਦਿੱਤਾ ਹੋਵੇ, ਤਾਂ ਹੁਣ ਥਰਡ ਨੰਬਰ ਤੋਂ ਜ਼ਿਆਦਾ ਹੈ ਤੇ ਪਰਸੈਂਟੇਜ ਦੇ ਵਿੱਚ ਹੈ। ਤੇ ਮੈਂ ਤੁਹਾਨੂੰ ਦੱਸਿਆ ਵੀ ਇਹ ਪਰਸੈਂਟੇਜ ਆਪਾਂ ਬਹੁਤ ਈਜ਼ੀਲੀ ਕੈਲਕੂਲੇਟ ਕਰਨੀ ਸਿੱਖਾਂਗੇ ਜਦੋਂ ਆਪਾਂ ਡਿਟੇਲ ਦੇ ਵਿੱਚ ਚੈਪਟਰ ਕਰਾਂਗੇ ਪਰਸੈਂਟੇਜ। ਬਟ ਹੁਣ ਇਸ ਟਾਈਮ ਲਈ ਕੀ ਹੈ, ਜਦੋਂ ਮੰਨ ਲਓ ਇਸ ਟਾਈਪ ਦਾ ਕੁਝ ਦੇਤਾ ਤਾਂ ਜਿਹੜਾ ਲਾਸਟ ਹੈ ਕੀ ਦਿੱਤਾ, ਥਰਡ ਨੰਬਰ, ਤਾਂ ਇਹਨੂੰ ਆਪਾਂ ਕੀ ਮੰਨ ਲਾਂਗੇ, 100। ਠੀਕ ਹੈ, ਜਦੋਂ ਵੀ ਪਰਸੈਂਟੇਜ ਕੱਢਣੀ ਹੈ ਤਾਂ 100 ਨਾਲ ਕੰਪੇਅਰ ਕਰਕੇ ਕੱਢਣੀ ਹੈ। ਵੀ ਬੜਾ ਈਜ਼ੀ ਮੈਥਡ ਹੈ, ਕੋਈ ਇਹਦੇ ਵਿੱਚ ਔਖੀ ਚੀਜ਼ ਨਹੀਂ ਹੈ। ਤਾਂ ਕਹਿੰਦੇ ਹੁਣ ਪਹਿਲਾ ਨੰਬਰ ਕਿੰਨਾ, 20% ਜ਼ਿਆਦਾ ਹੈ, ਤਾਂ 100 ਦਾ 20% ਕਿੰਨਾ ਹੁੰਦਾ, 20। ਦੈਟ ਮੀਨਸ ਪਹਿਲਾ ਨੰਬਰ ਕਿੰਨਾ ਹੈ, 120। ਠੀਕ ਹੈ, ਤੇ ਦੂਜਾ ਨੰਬਰ ਕਿੰਨਾ ਹੈ, 50% ਜ਼ਿਆਦਾ, ਦੈਟ ਮੀਨਸ ਦੂਜਾ ਨੰਬਰ ਕਿੰਨਾ, 150। ਤਾਂ ਕਹਿੰਦੇ ਦੋਨੋਂ ਨੰਬਰਾਂ ਦੀ ਰੇਸ਼ੋ ਕੱਢੋ। ਤਾਂ ਪਹਿਲਾ ਨੰਬਰ 20% ਜ਼ਿਆਦਾ, ਜੇ ਤੀਜਾ ਨੰਬਰ 100 ਹੈ ਤਾਂ ਪਹਿਲਾ ਨੰਬਰ 120 ਹੈ ਤੇ ਦੂਜਾ ਨੰਬਰ 150 ਹੈ। ਤਾਂ ਕੱਟਿਆ ਗਿਆ ਤਾਂ ਵੈਲਿਊ ਕਿੰਨੀ ਆ ਗਈ, 4:5। ਇਹ ਤੁਹਾਡਾ ਆਨਸਰ ਆ ਗਿਆ ਆਪਸ਼ਨ C। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਆ ਰਹੇ ਹੋਣਗੇ ਕੁਐਸਚਨਸ। ਇਹ ਸੀ ਸਿਰਫ ਤੁਹਾਡਾ ਫਲੋ ਬਣਾਉਣ ਵਾਸਤੇ ਆਪਾਂ ਥੋੜੇ ਸਿੰਪਲ, ਨਾਟ ਆਪਾਂ ਸਿੰਪਲ, ਆਪਾਂ ਇਹਨੂੰ ਬਿਲਕੁਲ ਸਿੰਪਲ ਵੀ ਨਹੀਂ ਕਹਿ ਸਕਦੇ ਕਿਉਂਕਿ ਕਈ ਵਾਰ ਬੱਚੇ ਇਸ ਦੇ ਵਿੱਚ ਵੀ ਉਲਝ ਜਾਂਦੇ ਆ, ਐਗਜ਼ਾਮ ਦੇ ਵਿੱਚ ਇਸ ਨੂੰ ਹੀ ਮੋਲਡ ਕਰਕੇ ਕੁਐਸਚਨ ਪਾ ਦਿੰਦੇ ਆ ਤੇ ਕਈ ਵਾਰ ਇਸ ਟਾਈਪ ਦੇ ਕੁਐਸਚਨ ਈਜ਼ੀਲੀ ਆਪਾਂ ਨੂੰ ਮਿਲ ਵੀ ਜਾਂਦੇ ਆ। ਚਲੋ ਜੀ, ਬੋਲੇ ਇਫ ਰੁਪੀਸ 782 is to be divided into 3 parts। ਇਹ ਉਹੀ ਜਿਹੜਾ ਹੁਣ ਆਪਾਂ ਫਸਟ ਕੁਐਸਚਨ ਕਰਕੇ ਆ ਉਹਦੇ ਵਾਂਗੂ ਹੀ ਹੈ, ਬਟ ਇਹਦੇ ਵਿੱਚ ਡਿਫਰੈਂਸ ਕੀ ਆ, ਆਪਾਂ ਨੂੰ ਰੇਸ਼ੋ ਇਸ ਫਾਰਮ ਦੇ ਵਿੱਚ ਦਿੱਤੀ। ਰੇਸ਼ੋ ਕਿਸ ਫਾਰਮ 'ਚ ਦਿੱਤੀ, ਫ੍ਰੈਕਸ਼ਨ ਫਾਰਮ ਦੇ ਵਿੱਚ। ਤੇ ਮੈਂ ਤੁਹਾਨੂੰ ਪਹਿਲੇ ਲੈਕਚਰ ਦੇ ਵਿੱਚ ਹੀ ਬੜੇ ਡਿਟੇਲ ਨਾਲ ਸਮਝਾਇਆ ਸੀ ਵੀ ਕਿਵੇਂ ਆਪਾਂ ਇਸ ਟਾਈਪ ਦੇ ਰੇਸ਼ੋਜ਼ ਨੂੰ ਨਾਰਮਲ ਸਿੰਪਲ ਰੇਸ਼ੋ ਦੇ ਵਿੱਚ ਕਨਵਰਟ ਕਰਨੇ। ਤਾਂ ਹੁਣ ਦੇਖੋ, ਇਸ ਨੂੰ ਆਪਾਂ ਕਨਵਰਟ ਕਰਨਾ ਸਿੰਪਲ ਰੇਸ਼ੋ ਦੇ ਵਿੱਚ। ਮੈਂ ਕੀ ਕਿਹਾ ਸੀ, ਸਭ ਤੋਂ ਪਹਿਲਾਂ ਲਵਾਂਗੇ ਐਲਸੀਐਮ। ਐਲਸੀਐਮ ਲੈਣ ਲਈ ਕੀ ਕਰਨਾ, ਆਪਾਂ ਸਭ ਤੋਂ ਵੱਡਾ ਜਿਹੜਾ ਨੰਬਰ ਹੈ 4 ਹੈ, ਇਹਦਾ ਟੇਬਲ ਪੜ੍ਹਨਾ ਸਟਾਰਟ ਕਰੋ। 4 × 4 4 2 8 4 3 12। ਹੁਣ ਜਿਹੜਾ 12 ਹੈ ਉਹ 2 ਨਾਲ ਵੀ ਡਿਵੀਜ਼ੀਬਲ ਹੈ, 3 ਨਾਲ ਵੀ ਡਿਵੀਜ਼ੀਬਲ ਹੈ ਤੇ 4 ਨਾਲ ਤਾਂ ਡਿਵੀਜ਼ੀਬਲ ਹੈ ਹੀ ਹੈ।
देयरफॉर ਆਪਾਂ ਸਾਰੀ ਫ੍ਰੈਕਸ਼ਨਸ ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਾਂਗੇ ਐਲਸੀਐਮ 12 ਨਾਲ ਤਾਂ 1/2 1/2 ਗੁਣਾ 12 ਰੇਸ਼ੋ 2/3 ਗੁਣਾ 12 ਰੇਸ਼ੋ 3/4 ਗੁਣਾ 12 ਜਦੋਂ ਤੁਹਾਡੀ ਸਪੀਡ ਬਣ ਗਈ ਜਦੋਂ ਤੁਹਾਡੀ ਪ੍ਰੈਕਟਿਸ ਹੋ ਗਈ ਤਾਂ ਤੁਹਾਨੂੰ ਆਹ ਚੀਜ਼ਾਂ ਲਿਖਣ ਦੀ ਵੀ ਲੋੜ ਨਹੀਂ ਪੈਣੀ ਤੁਹਾਨੂੰ ਸਿੱਧਾ ਪਤਾ ਹੋਊਗਾ 12 ਤਾਂ ਇੱਥੇ 6 ਆਊਗਾ ਇੱਥੇ ਇੰਨਾ ਆਊਗਾ ਇੱਥੇ ਇੰਨਾ ਆਊਗਾ ਇਹ ਸਿਰਫ ਤੁਹਾਨੂੰ ਸਮਝਾਉਣ ਲਈ ਮੈਂ ਥੋੜਾ ਡਿਟੇਲ ਦੇ ਵਿੱਚ ਕਰਵਾ ਰਿਹਾ ਤਾਂ ਕਿ ਈਜ਼ੀਲੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਪੈ ਸਕਣ ਤਾਂ ਆ ਗਿਆ 6 ਤੇ 4 ਤੇ 3 ਤੇ ਠੀਕ ਹੈ ਜੀ ਹੁਣ ਆ ਕਿੰਨਾ ਹੈ 6 ਰੇਸ਼ੋ 8 ਰੇਸ਼ੋ 9 ਹੁਣ ਆ ਆਪਣੇ ਕੋਲੇ ਰੇਸ਼ੋ ਆ ਗਈ ਰੇਸ਼ੋ ਕਿਹਦੀ ਆ ਗਈ ਵੀ ਆਪਣੇ ਕੋਲੇ ਜਿਹੜੇ ਤਿੰਨ ਪਾਰਟਸ ਆ ਉਹ ਕਿਸ ਪਾਰਟ ਦੇ ਵਿੱਚ ਆਪਾਂ ਵੰਡੇ ਹੋਏ ਆ ਹੁਣ ਕਹਿੰਦੇ ਟੋਟਲ ਕਿੰਨਾ 782 ਤੇ ਕਹਿੰਦੇ ਪਹਿਲਾ ਪਾਰਟ ਕਿੰਨਾ ਹੈ ਹੁਣ ਪਹਿਲਾ ਇਹਦੇ ਵਿੱਚ ਕਿੰਨਾ 6 ਦੈਟ ਮੀਨਸ ਆਪਾਂ ਵੈਲਿਊ ਕਿਹਦੀ ਕੱਢਣੀ ਹੈ 6 ਦੀ ਵੀ 6 ਕਿੰਨਾ ਹੋਊਗਾ ਠੀਕ ਹੈ ਜੀ ਤੇ ਟੋਟਲ ਕਿੰਨਾ ਹੈ 8 6 14 ਤੇ 9 23 ਠੀਕ ਹੈ ਹੁਣ ਦੇਖੋ ਦੈਟ ਮੀਨਸ 23 ਦੀ ਵੈਲਿਊ ਆਪਾਂ ਨੂੰ ਕਿੰਨੀ ਦੇ ਰੱਖੀ ਹੈ 782 ਦੇ ਰੱਖੀ ਟੋਟਲ 23 ਦੀ ਵੈਲਿਊ ਆਪਾਂ ਨੂੰ ਕਿੰਨੀ ਦੇ ਰੱਖੀ ਹੈ 782 ਤਾਂ ਆਪਾਂ 6 ਦੀ ਵੈਲਿਊ ਕੱਢਣੀ ਹੈ ਤਾਂ 6 ਦੀ ਵੈਲਿਊ ਕਿੰਨੀ ਹੋ 782 ਡਿਵਾਈਡਡ ਬਾਈ 23 ਗੁਣਾ 6 ਠੀਕ ਹੈ ਜੀ 782 ਡਿਵਾਈਡਡ ਬਾਈ 23 into 6 ਹੁਣ ਜਦੋਂ ਆਪਾਂ ਇਹਨੂੰ ਕਰਾਂਗੇ ਤਾਂ ਇਹ ਜਾਊਗਾ ਅਪਰੋਕਸੀਮੇਟਲੀ 6 4 ठीक है ਤਾਂ ਗਿਆ ਕਿੰਨੇ ਤੇ 34 ਤੇ ਗਿਆ ਤਾਂ 34 ਗੁਣਾ 6 ਕਿੰਨਾ ਹੋ ਗਿਆ आंसर कितना आ गया 204 तो फर्स्ट पार्ट द शेयर कितना 204 ऑप्शन डी इज योर करेक्ट ऑप्शन ओके जी तो मैं ਤੁਹਾਨੂੰ ਪਹਿਲਾਂ ਵੀ ਦੱਸਿਆ ਆ ਸਾਰੀ ਚੀਜ਼ਾਂ ਐਲਸੀਐਮ ਕੈਲਕੂਲੇਸ਼ਨਸ ਇਹਨਾਂ ਲਈ ਆਪਾਂ ਸੈਪਰੇਟ ਕਲਾਸ ਲਾਵਾਂਗੇ ਜਿਹਦੇ ਵਿੱਚ ਆਪਾਂ ਹਰ ਇੱਕ ਬੇਸਿਕ ਚੀਜ਼ ਚਾਹੇ ਉਹ ਸਕੁਆਇਰ ਹੈ ਚਾਹੇ ਸਕੁਆਇਰ ਰੂਟ ਹੈ ਕਿਊਬ ਰੂਟ ਹੈ ਐਲਸੀਐਮ ਹੈ ਐਚਸੀਐਫ ਹੈ ਕੋਈ ਵੀ ਇਸ ਟਾਈਪ ਦੀ ਚੀਜ਼ ਹੈ ਆਪਾਂ ਈਜ਼ੀਲੀ ਸੋਲਵ ਕਰਨੀ ਸਿੱਖਾਂਗੇ ਤੇ ਤਰੀਕੇ ਸਿੱਖਾਂਗੇ ਨਵੇਂ ਨਵੇਂ ਵੀ ਜਿਹੜਾ ਇਹਦੇ ਵਿੱਚ ਕੁਝ ਸਕਿੰਟਾਂ ਦੇ ਵਿੱਚ ਹੀ ਕੁਝ ਸੈਕਿੰਡਸ ਦੇ ਵਿੱਚ ਹੀ ਤੁਹਾਡਾ ਆਨਸਰ ਆ ਜਾਵੇ ਚਲੋ ਜੀ ਹੁਣ ਇੱਥੋਂ ਸਟਾਰਟ ਕਰ ਰਹੇ ਆਪਾਂ ਬੜੇ ਇੰਪੋਰਟੈਂਟ ਕੁਐਸਚਨ ਅੱਜ ਦੇ ਇਹ ਕੁਐਸਚਨਸ ਕੀ ਹੈ ਬੱਚੇ ਇਹ ਦੇਖ ਕੇ ਛੱਡ ਦਿੰਦੇ ਆ ਵੀ ਇਹਦੇ ਵਿੱਚ ਕੀ ਹੈ ਸਟੇਟਮੈਂਟ ਥੋੜੀ ਲੰਬੀ ਹੁੰਦੀ ਹੈ ਬਟ ਸਟੇਟਮੈਂਟ ਇਹਦੇ ਵਿੱਚ ਸਿਰਫ ਸਟੇਟਮੈਂਟ ਹੀ ਲੰਬੀ ਹੁੰਦੀ ਹੈ ਕੁਐਸਚਨ ਦੇ ਵਿੱਚ ਕੁਝ ਨਹੀਂ ਹੁੰਦਾ ਚਲੋ ਜੀ ਹੁਣ ਇਹਦੇ ਵਿੱਚ ਕੀ ਦਿੱਤਾ ਹੋਇਆ ਹੈ ਬੋਲੇ ਰੇਸ਼ੋ ਆਫ ਫੇਅਰ ਬਿਟਵੀਨ ਟੂ ਪਾਰਟਿਕੂਲਰ ਸਟੇਸ਼ਨ ਇਨ ਦ ਰੇਲਵੇ ਆਫ ਫਸਟ ਐਂਡ ਸੈਕੰਡ ਕਲਾਸ ਹੁਣ ਦੇਖੋ ਇੱਥੇ ਕਿਤੇ ਦੋ ਸਟੇਸ਼ਨ ਦੇ ਵਿੱਚ ਹੁਣ ਦੇਖੋ ਆਪਾਂ ਕਦੇ ਵੀ ਟਿਕਟ ਕਟਾਉਂਦੇ ਆ ਮੰਨ ਲਓ ਆਪਾਂ ਟਿਕਟ ਕਟਾਈ ਬਠਿੰਡੇ ਤੋਂ ਕਿੱਥੋਂ ਦੀ ਦਿੱਲੀ ਤੱਕ ਦੀ ਤਾਂ ਆਪਾਂ ਕਦੇ ਵੀ ਟਿਕਟ ਕਟਾਉਂਦੇ ਆ ਤਾਂ ਦੋ ਸਟੇਸ਼ਨ ਦੇ ਵਿੱਚ ਹੀ ਕਰਾਉਂਦੇ ਆ ਤਾਂ ਉਹੀ ਇਹਨਾਂ ਨੇ ਲਿਖਿਆ ਵੀ ਦੋ ਪਾਰਟਿਕੂਲਰ ਸਟੇਸ਼ਨ ਦੇ ਵਿੱਚ ਰੇਲਵੇ ਦੀ ਟਿਕਟ ਇੰਨੀ ਹੈ ਹੁਣ ਇਹ ਕੀ ਹੈ ਫਸਟ ਐਂਡ ਸੈਕੰਡ ਕਲਾਸ ਮੰਨ ਲਓ ਆਪਾਂ ਬਠਿੰਡੇ ਤੋਂ ਦਿੱਲੀ ਟਿਕਟ ਕਟਾਣੀ ਹੈ ਇੱਕ ਹੁੰਦੀ ਹੈ ਫਸਟ ਏਸੀ ਦੀ ਇੱਕ ਹੁੰਦੀ ਹੈ ਸੈਕੰਡ ਏਸੀ ਦੀ ਠੀਕ ਹੈ ਹੁਣ ਦੋਨਾਂ ਦੇ ਵਿੱਚ ਕੀ ਹੈ ਟਿਕਟ ਦੇ ਪ੍ਰਾਈਸ ਦੇ ਵਿੱਚ ਡਿਫਰੈਂਸ ਹੋਊਗਾ ਉਹੀ ਆਪਾਂ ਨੂੰ ਰੇਸ਼ੋ ਦਿੱਤੀ ਵੀ ਜਿਹੜਾ ਕਿਰਾਇਆ ਹੈ ਉਹਦੀ ਰੇਸ਼ੋ ਕਿੰਨੀ ਹੈ 3:1 ਠੀਕ ਹੈ ਜੀ ਤੇ ਕਹਿੰਦੇ ਰੇਸ਼ੋ ਆਫ ਨੰਬਰ ਆਫ ਪੈਸੇਂਜਰਸ ਵੀ ਪਹਿਲੇ ਦੇ ਵਿੱਚ ਕਿੰਨਾ ਟਰੈਵਲ ਕਰ ਰਹੇ ਦੂਸਰੇ ਦੇ ਵਿੱਚ ਕਿੰਨਾ ਟਰੈਵਲ ਕਰ ਰਹੇ ਕਿੰਨੇ ਬੰਦੇ ਟਰੈਵਲ ਕਰ ਰਹੇ ਉਸ ਦੀ ਰੇਸ਼ੋ ਆਪਾਂ ਨੂੰ ਗਿਵਨ ਫਿਰ ਕਹਿੰਦੇ ਟੋਟਲ ਰੈਵਨਿਊ ਔਰ ਰੈਵਨਿਊ ਕੀ ਹੈ ਵੀ ਕਿੰਨੇ ਬੰਦੇ ਉਹਦੇ ਵਿੱਚ ਟਰੈਵਲ ਕੀਤੇ ਕਿੰਨਾ ਉਹਨਾਂ ਨੇ ਟਿਕਟ ਖਰੀਦੀਆਂ ਤੇ ਕਿੰਨਾ ਉਹਨਾਂ ਦਾ ਪੈਸਾ ਬਣਿਆ ਉਸ ਨੂੰ ਆਪਾਂ ਕੀ ਕਵਾਂਗੇ ਰੈਵਨਿਊ ਕਵਾਂਗੇ ਤਾਂ ਕਹਿੰਦੇ ਸੈਕੰਡ ਕਲਾਸ ਤੋਂ ਜਿਹੜਾ ਰੈਵਨਿਊ ਬਣਿਆ ਉਹ ਕਿੰਨਾ ਟੋਟਲ 12500 ਤਾਂ ਕਹਿੰਦੇ ਟੋਟਲ ਰੈਵਨਿਊ ਕੱਢੋ ਵੀ ਦੋਨਾਂ ਤੋਂ ਮਿਲਾ ਕੇ ਟੋਟਲ ਰੈਵਨਿਊ ਕਿੰਨਾ ਹੈ ਠੀਕ ਹੈ ਜੀ ਤਾਂ ਚਲੋ ਆਪਾਂ ਨੈਕਸਟ ਪੇਜ ਤੇ ਥੋੜਾ ਡਿਟੇਲ ਦੇ ਵਿੱਚ ਕਰਦੇ ਹਾਂ ਚਲੋ ਜੀ ਹੁਣ ਕੀ ਦਿੱਤਾ ਆਪਾਂ ਨੂੰ ਫੇਅਰ ਬਿਟਵੀਨ ਟੂ ਤਾਂ ਫੇਅਰ ਜਿਹੜਾ ਹੈ ਦੈਟ ਮੀਨਸ ਫੇਅਰ ਕੀ ਹੁੰਦਾ ਕਿਰਾਇਆ ਤਾਂ ਫੇਅਰ ਆਪਾਂ ਨੂੰ ਕਿੰਨਾ ਦਿੱਤਾ ਹੋਇਆ ਫਸਟ ਤੇ ਸੈਕੰਡ ਦਾ 3:1 ਫਸਟ ਦਾ ਤੇ ਸੈਕੰਡ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੂੰ ਕੀ ਦਿੱਤਾ ਵੀ ਨੰਬਰ ਆਫ ਪੈਸੇਂਜਰਸ ਕਿੰਨੇ ਟਰੈਵਲ ਕਰ ਰਹੇ ਆ ਦੋਨਾਂ ਦੇ 1:50 ਤਾਂ ਫਸਟ ਤੇ ਸੈਕੰਡ 1:50 ਹੁਣ ਦੇਖੋ ਆ ਕੀ ਨੰਬਰ ਆਫ ਪਰਸਨ
ज़्यादा लंबी। चलो ਹੁਣ ਦੇਖੋ ਮੰਨ ਲਓ ਫॉर ਐਗਜ਼ਾਮਪਲ ਪ੍ਰੈਕਟੀਕਲ ਐਗਜ਼ਾਮਪਲ ਜੇ ਆਪਾਂ ਦੇਖੀਏ ਤੁਸੀਂ ਕੀ ਕਟਾਣੀ ਹੈ ਟਿਕਟ ਕਟਾਣੀ ਹੈ ਮੰਨ ਲਓ ਤੁਸੀਂ ਕਿਤੇ ਘੁੰਮਣ ਜਾਣਾ ਹੈ ਤਾਂ ਇੱਕ ਬੰਦੇ ਨੇ ਜ਼ਿੰਮੇਵਾਰੀ ਲਿੱਤੀ ਵੀ ਟਿਕਟਾਂ ਕਟਾਊਗਾ ਮੈਂ ਕਟਾ ਲਵਾਂਗਾ ਠੀਕ ਹੈ ਤਾਂ ਮੰਨ ਲਓ ਕਿਰਾਇਆ ਸੀ 500 ਰੁਪਏ ਠੀਕ ਹੈ ਵੀ ਮੰਨ ਲਓ ਬਠਿੰਡੇ ਤੋਂ ਦਿੱਲੀ ਜਾਣਾ ਆਪਾਂ ਐਗਜ਼ਾਮਪਲ ਮੰਨ ਲੈਂਦੇ ਹਾਂ ਵੀ ਕਿਰਾਇਆ ਕਿੰਨਾ ਸੀ 500 ਰੁਪਏ ਠੀਕ ਹੈ ਤੇ ਤੁਹਾਡੇ ਬੰਦੇ ਜਿੰਨਾ ਦੋਸਤਾਂ ਦਾ ਪਲਾਨ ਬਣਿਆ ਉਹ ਕਿੰਨੇ ਸੀ 5 ਠੀਕ ਹੈ ਤੇ ਟੋਟਲ ਪੈਸਾ ਕਿੰਨਾ ਇਕੱਠਾ ਕਰੋਗੇ ਤੁਸੀਂ 500 × 5 2500 ਠੀਕ ਹੈ ਤਾਂ ਉਹੀ ਚੀਜ਼ ਇਹਦੇ ਵਿੱਚ ਹੈ ਵੀ ਆਪਾਂ ਨੂੰ ਕਿਰਾਏ ਦੀ ਰੇਸ਼ੋ ਦੇ ਰੱਖੀ ਹੈ ਆਪਾਂ ਨੂੰ ਨੰਬਰ ਆਫ ਪਰਸਨਸ ਦੀ ਰੇਸ਼ੋ ਦੇ ਰੱਖੀ ਹੈ ਤਾਂ ਟੋਟਲ ਜਿਹੜਾ ਰੈਵਨਿਊ ਹੈ ਇਸ ਨੂੰ ਰੈਵਨਿਊ ਵੀ ਲਿਖ ਸਕਦੇ ਆ ਇਸ ਨੂੰ ਇਨਕਮ ਵੀ ਲਿਖ ਸਕਦੇ ਆ ਰੇਲਵੇ ਦੀ ਕੁਝ ਵੀ ਲਿਖ ਸਕਦੇ ਆ ਠੀਕ ਹੈ ਤਾਂ ਇਹਦੀ ਰੈਵਨਿਊ ਦੀ ਜਿਹੜੀ ਰੇਸ਼ੋ ਆ ਗਈ ਉਹ ਕਿੰਨੀ ਆਊਗੀ ਇਹਨਾਂ ਨੂੰ ਮਲਟੀਪਲਾਈ 3 × 1 3 ਐਂਡ 1 × 50 is 50 ਤਾਂ 3:50 ਆਪਣੇ ਕੋਲੇ ਕੀ ਆ ਗਈ ਰੈਵਨਿਊ ਦੀ ਰੇਸ਼ੋ ਠੀਕ ਹੈ ਹੁਣ ਆਪਾਂ ਨੂੰ ਕੀ ਗਿਵਨ ਹੈ ਕਹਿੰਦੇ ਜਿਹੜਾ ਸੈਕੰਡ ਕਲਾਸ ਤੋਂ ਰੈਵਨਿਊ ਉਹ ਕਿੰਨਾ ਹੈ 12500 ਤਾਂ ਸੈਕੰਡ ਕਲਾਸ ਤੇ ਹੈ ਕਿੰਨਾ 50 ਤਾਂ ਰੇਸ਼ੋ ਚ ਜਿਹੜਾ 50 ਹੈ ਵੈਲਿਊ ਉਹ ਅਸਲੀ ਚ ਕਿੰਨਾ ਹੈ 12500 ਰੇਸ਼ੋ ਚ ਜਿਹੜਾ ਕਿੰਨਾ ਹੈ 50 ਉਹ ਅਸਲੀ ਚ ਕਿੰਨਾ 12500 ਤਾਂ ਕਹਿੰਦੇ ਟੋਟਲ ਰੈਵਨਿਊ ਕੱਢੋ ਤਾਂ ਟੋਟਲ ਰੈਵਨਿਊ ਕਿੰਨਾ 50 + 3 53 ਦੀ ਵੈਲਿਊ ਆਪਾਂ ਕੱਢਣੀ ਹੈ ਦੈਟ ਮੀਨਸ ਕਿੰਨੀ ਆਊਗੀ ਡਿਵਾਈਡਡ ਬਾਈ 50 ਗੁਣਾ 53 ਆ ਕੱਟਿਆ ਗਿਆ ਆਨਸਰ ਕਿੰਨਾ ਆ ਗਿਆ 250 × 53 ਇਹ ਆਪਾਂ ਕਰਾਂਗੇ ਤਾਂ ਕਿੰਨਾ ਆਊਗਾ ठीक है हाँ जी तो अपने को कितना आ गया 1 0 होर तो 13250 अपना की आ गया टोटल रेवन्यू मीनस भी किन्ना अपने दोनों क्लासेस का फर्स्ट एंड सैकेंड क्लास का मिला के जो टोटल रेवन्यू बन रहा है वो कितना है 13250 दैट मीनस ऑप्शन ए इज योर करेक्ट ऑप्शन 13250 ओके स्टूडेंट्स चलो जी ਹੁਣ ਐਸੇ ਦੇ ਵਿੱਚ ਥੋੜਾ ਮੋਡੀਫਿਕੇਸ਼ਨ ਹੋਊਗੀ ਉਹਦੇ ਵਿੱਚ ਆਪਾਂ ਦੋ ਦਿੱਤਾ ਸੀ ਇਹਦੇ ਵਿੱਚ ਤਿੰਨ ਕਲਾਸਿਸ ਆ ਗਈਆਂ ਫਰਸਟ ਸੈਕੰਡ ਐਂਡ ਥਰਡ ਠੀਕ ਹੈ ਚਾਹੇ ਚਾਰ ਦੇ ਦੇਣ ਆਪਾਂ ਤਾਂ ਵੀ ਈਜ਼ੀਲੀ ਕਰ ਲਾਂਗੇ ਬੋਲੇ ਰੇਸ਼ੋ ਆਫ ਫੇਅਰ ਬਿਟਵੀਨ ਟੂ ਪਾਰਟਿਕੂਲਰ ਸਟੇਸ਼ਨ ਇਜ਼ ਇਨ ਦਾ ਰੇਲਵੇ ਇਜ਼ ਦਿਸ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪਹਿਲਾਂ ਕੁਐਸਚਨ ਨੂੰ ਪੜ੍ਹਨਾ ਇੰਪੋਰਟੈਂਟ ਹੈ ਜੇ ਆਪਾਂ ਕੁਐਸਚਨ ਡਿਟੇਲ ਨਾਲ ਪੜ੍ਹ ਲਿਆ ਸਮਝ ਲਿਆ ਤੇ ਕੁਐਸਚਨ ਕਰਨਾ ਸੌਖਾ ਹੋ ਜਾਂਦਾ ਤਾਂ ਦੇਖੋ ਕਹਿੰਦੇ ਫਰਸਟ ਸੈਕੰਡ ਤੇ ਥਰਡ क्लास दी ਜਿਹੜੇ ਫੇਅਰ ਦੀ ਰੇਸ਼ੋ ਹੈ ਫੇਅਰ ਮਤਲਬ ਕਿਰਾਏ ਦੀ ਰੇਸ਼ੋ ਹੈ ਉਹ ਕਿੰਨੀ ਹੈ 20:13:3 ਆਪਣੇ ਕੋਲੇ ਕਿਰਾਇਆ ਆ ਗਿਆ ਤੇ ਕਿਰਾਇਆ ਕਿੰਨਾ ਆਪਣਾ 20:13:3 ਹੁਣ ਕਹਿੰਦੇ ਰੇਸ਼ੋ ਨੰਬਰ ਆਫ ਪੈਸੇਂਜਰ ਮਤਲਬ ਕੀ ਹੈ ਵੀ ਕਿੰਨੇ ਉਹਦੇ ਵਿੱਚ ਟਰੈਵਲ ਕਰ ਰਹੇ ਬੰਦੇ ਕਿੰਨੇ ਨੰਬਰ ਆਫ ਪੈਸੇਂਜਰਸ ਕਿੰਨੇ ਯਾਤਰੀ ਟਰੈਵਲ ਕਰ ਰਹੇ ਆ ਉਹਦੀ ਰੇਸ਼ੋ ਕਿੰਨੀ ਹੈ 4-5 ਦੀ ਤਾਂ ਨੰਬਰ ਆਫ ਪੈਸੇਂਜਰਸ ਦੀ ਰੇਸ਼ੋ ਕਿੰਨੀ ਹੈ 4:5:B 4:5:B ਕਹਿੰਦੇ ਟੋਟਲ ਰੈਵਨਿਊ ਹੁਣ ਆਪਾਂ ਨੇ ਟੋਟਲ ਦੇਤਾ ਕਹਿੰਦੇ ਥਰਡ ਕਲਾਸ ਕੱਢੋ ਉਹੀ ਹੈ ਸੇਮ ਕੁਐਸਚਨ ਕੀ ਕੁਝ ਨਹੀਂ ਕਰਨਾ ਹੁਣ ਦੇਖੋ ਮੈਂ ਤੁਹਾਨੂੰ ਕੀ ਦੱਸਿਆ ਫੇਅਰ ਦੇ ਵਿੱਚ ਨੰਬਰ ਆਪਾਂ ਮਲਟੀਪਲਾਈ ਕਰਨਾ ਤਾਂ ਆਪਣੇ ਕੋਲੇ ਕਾਹਦੀ ਰੇਸ਼ੋ ਆਊਗੀ ਰੈਵਨਿਊ ਦੀ ਤਾਂ ਆਪਣੇ ਕੋਲੇ ਰੈਵਨਿਊ ਦੀ ਰੇਸ਼ੋ ਕਿੰਨੀ ਆ ਗਈ ਠੀਕ ਹੈ ਹੁਣ ਆ ਕੀ ਫੇਅਰ ਦੇ ਰੱਖਿਆ ਸੀ ਆਪਣੇ ਕੋਲੇ 20:13:3 ਨੰਬਰ ਆਫ ਪੈਸੇਂਜਰ ਦੇ ਦਿੱਤੇ 4-5B ਹੁਣ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਫੇਅਰ ਦੇ ਵਿੱਚ ਆਪਾਂ ਨੰਬਰ ਆਫ ਪੈਸੇਂਜਰ ਮਲਟੀਪਲਾਈ ਕੀਤੇ ਤਾਂ ਰੇਸ਼ੋ ਕਾਦੀ ਆਊਗੀ ਆਪਣੇ ਕੋਲੇ ਰੈਵਨਿਊ ਦੀ ਤਾਂ ਹੁਣ ਆ ਕੱਟੇਗੇ ਹੋਰ ਨਹੀਂ ਕੱਟਿਆ ਜਾਂ ਨਹੀਂ ਤਾਂ ਆਪਣੇ ਕੋਲੇ ਆ ਰੇਸ਼ੋ ਕਿੰਨੀ ਆ ਗਈ 16 ਰੇਸ਼ੋ 13 ਰੇਸ਼ੋ 12 ਹੁਣ ਇਹ ਰੇਸ਼ੋ ਆਪਣੀ ਕਿਹਦੀ ਆਈ ਆਪਣੇ ਰੈਵਨਿਊ ਦੀ ਤਾਂ ਹੁਣ ਆਪਾਂ ਨੈਕਸਟ ਪੇਜ ਤੇ ਕਰਦੇ ਹਾਂ ਰੇਸ਼ੋ ਆਪਣੀ ਕਿੰਨੀ ਆਈ 16 13 12 ਤਾਂ ਰੈਵਨਿਊ ਦੀ ਰੇਸ਼ੋ ਕਿੰਨੀ ਆ ਗਈ 16:13:12 ਠੀਕ ਹੈ ਜੀ ਹੁਣ ਕੀ ਹੈ ਕਹਿੰਦੇ ਆਪਾਂ ਨੂੰ ਟੋਟਲ ਰੈਵਨਿਊ ਦਿੱਤਾ ਵੀ 24600 ਹੈ ਟੋਟਲ ਰੈਵਨਿਊ ਕਿੰਨਾ 24600 ਤਾਂ ਟੋਟਲ ਬਣਦਾ ਕਿੰਨਾ ਆਪਣਾ ਵੈਸੇ ਕਿੰਨਾ ਦਿੱਤਾ 24600 ਤਾਂ 16 + 13 29 31 41 that means ਆਪਾਂ ਨੂੰ 41 ਦੀ ਵੈਲਿਊ 41 ਦੀ ਵੈਲਿਊ ਕਿੰਨੀ ਦਿੱਤੀ 24600 ਠੀਕ ਹੈ ਜੀ
ਤਾਂ ਆਪਾਂ ਨੂੰ ਕੱਢਣੀ ਕੀ ਹੈ ਥਰਡ ਕਲਾਸ ਦੀ। ਦੈਟ ਮੀਨਸ ਆਪਾਂ ਇਹਦੀ ਵੈਲਿਊ ਕੱਢਣੀ ਵੀ ਇਸ ਚੀਜ਼ ਦੀ ਵੈਲਿਊ ਕਿੰਨੀ ਹੈ। ਤਾਂ 41 41 ਬਰਾਬਰ ਕਿੰਨਾ ਆਪਣਾ 24600। ਤਾਂ ਕਹਿੰਦੇ ਥਰਡ ਕਲਾਸ 12 ਇਹ ਬਰਾਬਰ ਕਿੰਨਾ ਹੋਊਗਾ 24600 ਡਿਵਾਈਡਡ ਬਾਈ 41 ਗੁਣਾ 12। ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਦੇਖੀ ਜਾਂਦਾ 6 ਕਮ 6 6 ਚੌਕੇ 24 ਸਿੱਧਾ ਕੱਟਿਆ ਜਾਊਗਾ ਕਿੰਨੇ ਤੇ 600। ਠੀਕ ਹੈ। ਤਾਂ 12 6 72 7200 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ। ਦੈਟ ਮੀਨਸ ਜਿਹੜਾ ਥਰਡ ਕਲਾਸ ਤੋਂ ਆਪਣਾ ਰੈਵਨਿਊ ਆ ਰਿਹਾ ਉਹ ਕਿੰਨਾ ਆ ਰਿਹਾ 7200 ਰੁਪਏ ਆ ਰਿਹਾ। ਠੀਕ ਹੈ ਸਟੂਡੈਂਟਸ, ਦੈਟ ਮੀਨਸ ਆਪਸ਼ਨ ਸੀ ਇਜ਼ ਯਰ ਕਰੈਕਟ ਆਪਸ਼ਨ 7200। ਓਕੇ ਜੀ। ਚਲੋ ਜੀ ਹੁਣ ਕੀ ਹੈ ਇਹ ਥੋੜਾ ਕੁਐਸਚਨ ਇਹ ਆਪਾਂ ਪਹਿਲਾਂ ਕੀਤੇ ਹੋਏ ਆ ਉਸ ਟਾਈਪ ਦਾ ਕੁਐਸਚਨ ਨਹੀਂ ਹੈ, ਤਾਂ ਪਲੀਜ਼ ਜ਼ਰਾ ਧਿਆਨ ਨਾਲ ਦੇਖੋ। ਹੁਣ ਇਹਦੇ ਵਿੱਚ ਕੀ ਹੈ ਬੋਲੇ ਰੇਸ਼ੋ ਆਫ ਫੇਅਰ ਬਿਟਵੀਨ ਟੂ ਪਾਰਟਿਕੂਲਰ ਸਟੇਸ਼ਨ ਇੰਨਾ ਹੈ। ਸੌਰੀ ਇਹ ਵਾਜ਼ ਮਤਲਬ ਪਹਿਲਾਂ ਇੰਨਾ ਸੀ 10:7। ਠੀਕ ਹੈ ਜੀ। ਵੀ ਕਿਸੇ ਦੋ ਸਟੇਸ਼ਨ ਦੇ ਵਿੱਚ ਜਿਹੜਾ ਆਪਣਾ ਕਿਰਾਇਆ ਸੀ ਪਹਿਲਾਂ ਉਹ ਕਿੰਨਾ ਸੀ 10:7 ਸੀ। ਹੁਣ ਕੀ ਕਿਹਾ ਕਹਿੰਦੇ ਜਿਹੜਾ ਪਹਿਲੇ ਫਸਟ ਕਲਾਸ ਦਾ ਹੈਗਾ ਉਹ ਆਪਣਾ 3:4 ਦੇ ਵਿੱਚ ਵੱਧ ਗਿਆ। ਦੈਟ ਮੀਨਸ ਉਹ ਰੇਸ਼ੋ ਕਿੰਨੀ ਵੱਧ ਗਈ 3 ਸੀ ਪਹਿਲਾਂ ਹੁਣ 4 ਹੋ ਗਈ। ਤੇ ਸੈਕੰਡ ਕਲਾਸ 5 ਸੀ 9 ਹੋ ਗਈ। ਤਾਂ ਤੁਹਾਨੂੰ ਸ਼ਾਇਦ ਹੁਣ ਥੋੜਾ ਬਹੁਤ ਯਾਦ ਆਇਆ ਹੋਣਾ ਵੀ ਸ਼ਾਇਦ ਮੈਂ ਸੈਕੰਡ ਜਾਂ ਥਰਡ ਲੈਕਚਰ ਦੇ ਵਿੱਚ ਇਹ ਕੁਐਸਚਨ ਕਰਾਏ ਸੀ ਜਿਹਦੇ ਵਿੱਚ ਕੀ ਸੀ ਵੀ ਆਪਾਂ ਇਨਕਮ ਕੀਤੀ ਸੀ ਵੀ ਲਾਸਟ ਈਅਰ ਦੀ ਇਨਕਮ ਇੰਨੀ ਹੈ ਫਿਰ ਲਾਸਟ ਤੇ ਪ੍ਰੈਜ਼ੈਂਟ ਦੀ ਰੇਸ਼ੋ ਕੱਢੀ ਸੀ। ਤਾਂ ਉਹੀ ਸੇਮ ਐਗਜ਼ਾਮਪਲ ਹੁਣ ਆਹ ਵਾਲੀ ਆ ਗਈ। ਇਹਦੇ ਵਿੱਚ ਕੀ ਹੈ ਕੁਐਸਚਨ ਸੇਮ ਹੈ ਕੰਟੈਂਟ ਸੇਮ ਹੈ ਬਟ ਕੀ ਹੈ ਲੈਂਗੁਏਜ ਦਾ ਫਰਕ ਆ ਗਿਆ। ਉਹਦੇ ਵਿੱਚ ਆਪਾਂ ਇਨਕਮ ਦੀ ਗੱਲ ਕੀਤੀ ਸੀ ਇਹਦੇ ਵਿੱਚ ਕਿਸੇ ਰੇਲਵੇ ਸਟੇਸ਼ਨ ਦਾ ਉਹਦੇ ਫੇਅਰ ਦੀ ਗੱਲ ਕੀਤੀ। ਤਾਂ ਹੁਣ ਦੇਖੋ ਫਿਰ ਕੀ ਹੈ ਕਹਿੰਦਾ ਰੇਸ਼ੋ ਆਫ ਨੰਬਰ ਆਫ ਪੈਸੇਂਜਰਸ traveling from first and second class respectively ਇੰਨਾ। ਠੀਕ ਹੈ। if ਕਹਿੰਦੇ total revenue from the both at present, ਹੁਣ at present ਦਾ ਮਤਲਬ ਕੀ ਹੈ ਵੀ ਕਰੰਟ ਹੁਣ ਜਿਹੜਾ ਹੈ ਉਹ ਕਿੰਨਾ ਹੈ ਇੰਨਾ ਹੈ। ਤਾਂ ਜੇ ਆਪਾਂ ਪ੍ਰੈਜ਼ੈਂਟ ਕੱਢਣਾ ਤਾਂ ਆਪਣੇ ਕੋਲੇ ਰੇਸ਼ੋ ਕਿਹਦੀ ਹੋਣੀ ਚਾਹੀਦੀ ਹੈ ਪ੍ਰੈਜ਼ੈਂਟ ਦੀ, ਬਟ ਆਪਾਂ ਨੂੰ ਰੇਸ਼ੋ ਕਿਹਦੀ ਦੇ ਰੱਖੀ ਹੈ ਤਾਂ ਮਿਕਸ ਦੇ ਰੱਖੀ ਹੈ ਜਾਂ ਪੁਰਾਣੀ ਦੇ ਰੱਖੀ ਹੈ। ਤਾਂ ਇਸ ਤੋਂ ਆਪਾਂ ਕੀ ਕੱਢ ਲਾਂਗੇ ਪ੍ਰੈਜ਼ੈਂਟ ਰੇਸ਼ੋ। ਤਾਂ ਹੁਣ ਇਹ ਤੁਹਾਨੂੰ ਮੈਂ ਤਰੀਕਾ ਦੱਸਿਆ ਹੋਇਆ ਸੀ ਵੀ ਕਿਵੇਂ ਕਰਨਾ ਹੈ। ਤਾਂ ਆਪਣੀ ਲਾਸਟ ਜਿਹੜੀ ਪੁਰਾਣੀ ਰੇਸ਼ੋ ਸੀ ਉਹ ਕਿੰਨੀ ਸੀ 10:7। ਠੀਕ ਹੈ। ਤੇ ਫਸਟ ਕਲਾਸ ਕਿੰਨੀ ਰੇਸ਼ੋ ਚ ਵਧੀ ਇੰਨੀ ਤੇ ਸੈਕੰਡ ਕਲਾਸ ਕਿੰਨੀ ਰੇਸ਼ੋ ਚ ਵਧੀ ਇੰਨੀ। ਤਾਂ ਫਸਟ ਕਲਾਸ ਕਿੰਨੀ ਵਧੀ 3 ਤੋਂ ਹੋ ਗਈ 4 ਤੇ ਸੈਕੰਡ ਕਿੰਨੇ ਚ ਵਧ ਗਈ 5 ਤੋਂ ਹੋ ਗਈ 9। ਠੀਕ ਹੈ। ਤਾਂ ਹੁਣ ਦੇਖੋ ਜਿਹੜੀ ਫਸਟ ਕਲਾਸ ਸੀ ਉਹਦੀ ਪਿਛਲੇ ਸਾਲ ਦੀ ਇੰਨੀ ਸੀ ਹੁਣ ਇੰਨੀ ਹੋ ਗਈ। ਤੇ ਜੇ ਆਪਾਂ ਇਸ ਪਿਛਲੇ ਕਲਾਸ ਦੀ ਨੂੰ ਇਸ ਪਿਛਲੇ ਨਾਲ ਕਰਾਂਗੇ ਕਿਉਂਕਿ ਆਹ ਫਸਟ ਦੀ ਹੈ ਆਹ ਸੈਕੰਡ ਦੀ ਰੇਸ਼ੋ। ਠੀਕ ਹੈ। ਇਹ ਇਕੱਲੇ ਪਿਛਲੇ ਸਾਲ ਦੀ ਹੈ ਇਹ ਪਿਛਲੇ ਤੇ ਪ੍ਰੈਜ਼ੈਂਟ ਹੁਣ ਇਕੱਠੀ ਹੈ। ਠੀਕ ਹੈ ਜੀ। ਤਾਂ ਹੁਣ ਆਹ 3 ਬਰਾਬਰ ਜਿਹੜਾ ਇਸ ਚ ਆਪਾਂ ਪਿਛਲੇ ਸਾਲ ਦਾ ਦਿੱਤਾ ਹੋਇਆ ਉਹ ਬਰਾਬਰ ਕਿੰਨਾ ਹੈ 10। ਠੀਕ ਹੈ ਜੀ। ਕਹਿੰਦੇ ਜਿਹੜਾ ਪਿਛਲਾ ਸੀ ਉਹ ਇਸ ਰੇਸ਼ੋ ਚ 3 ਹੈ ਤੇ ਉਸ ਰੇਸ਼ੋ ਚ ਜਿਹੜੀ ਆਪਾਂ ਪਹਿਲਾਂ ਦੇ ਰੱਖੀ 10 ਹੈ ਤਾਂ ਆਪਣਾ 4 ਬਰਾਬਰ ਕਿੰਨਾ ਹੋਊਗਾ 10/3 ਗੁਣਾ 4 ਦੈਟ ਮੀਨਸ 40/3। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਇੱਥੇ ਹੁਣ B ਦੀ ਸੈਕੰਡ ਸੌਰੀ B ਦੀ ਕਹੀ ਜਾਂਦਾ ਮੈਂ ਸੈਕੰਡ ਕਲਾਸ ਦੀ ਕਿੰਨੀ ਸੀ 5 ਤੇ ਉਹ ਬਰਾਬਰ ਕਿੰਨੀ ਦੇ ਰੱਖੀ ਹੈ 7 ਦੇ ਪਿਛਲੇ ਸਾਲ ਦੀ। ਠੀਕ ਹੈ। ਤਾਂ ਪ੍ਰੈਜ਼ੈਂਟ ਹੈ ਜਿਹੜੀ 9 ਬਰਾਬਰ ਕਿੰਨੀ ਹੋਊਗੀ 7/5 ਗੁਣਾ 9 ਦੈਟ ਮੀਨਸ 63/5। ਠੀਕ ਹੈ ਜੀ। ਤਾਂ ਹੁਣ ਆਪਣੇ ਕੋਲ ਆ ਇਹਦੀ A ਦੀ ਪ੍ਰੈਜ਼ੈਂਟ ਸੌਰੀ ਫਸਟ ਕਲਾਸ ਦੀ ਪ੍ਰੈਜ਼ੈਂਟ ਵੈਲਿਊ ਆ ਗਈ ਆ ਇਹਦੀ ਪ੍ਰੈਜ਼ੈਂਟ ਵੈਲਿਊ ਆ ਗਈ। ਠੀਕ ਹੈ। ਤਾਂ ਹੁਣ ਦੇਖੋ 40/3 ਤੇ ਆ ਕਿੰਨਾ ਹੈ 63/5। ਠੀਕ ਹੈ। ਤਾਂ ਕਿੰਨਾ ਆ ਗਿਆ ਆ ਤੁਹਾਡੇ ਕੋਲ ਕੀ ਆ ਗਈ ਪ੍ਰੈਜ਼ੈਂਟ ਦੀ ਰੇਸ਼ੋ ਵੀ ਪ੍ਰੈਜ਼ੈਂਟ ਜਿਹੜਾ ਤੁਹਾਡਾ ਕਿਰਾਇਆ ਲੱਗ ਰਿਹਾ ਉਹਦੀ ਰੇਸ਼ੋ ਇਹ ਹੈ। ਠੀਕ ਹੈ। ਤਾਂ ਉਹੀ ਸੇਮ ਕਨਸੈਪਟ ਜਿਹੜਾ ਮੈਂ ਇਨਕਮ ਵਾਲੇ ਚ ਕਰਵਾਇਆ ਸੀ ਵੀ ਆਪਾਂ ਇਹਨਾਂ ਨੂੰ ਬਰਾਬਰ ਰੱਖ ਕੇ ਵੀ ਇਹਦੀ ਪੁਰਾਣੀ ਇਸ ਰੇਸ਼ੋ ਚ ਕਿੰਨੀ ਹੈ ਤਾਂ ਆਪਾਂ ਪ੍ਰੈਜ਼ੈਂਟ ਵੈਲਿਊ ਕੱਢ ਲਾਂਗੇ ਉਹਨਾਂ ਦੀ ਰੇਸ਼ੋ ਬਣਾ ਕੇ ਆਪਣੇ ਕੋਲੇ ਪ੍ਰੈਜ਼ੈਂਟ ਦੀ ਰੇਸ਼ੋ ਆ ਜਾਊਗੀ। ਹੁਣ ਕਹਿੰਦੇ ਵੀ ਜਿਹੜੇ ਪੈਸੇਂਜਰਸ ਟਰੈਵਲ ਕਰ ਰਹੇ ਹੁਣ ਉਹਦੀ ਰੇਸ਼ੋ ਕਿੰਨੀ ਹੈ 3:5। ਤਾਂ ਪੈਸੇਂਜਰ ਟਰੈਵਲ ਕਰ ਰਿਹਾ 3:5 ਦੇ ਵਿੱਚ। ਓਕੇ।
ਕਿਰਾਏ ਦੀ ਰੇਸ਼ੋ ਆਪਣੇ ਕੋਲੇ ਆ ਗਈ, ਪੈਸੇਂਜਰ ਦੀ ਆ ਗਈ। ਹੁਣ ਟੋਟਲ ਰੈਵਨਿਊ ਆਪਾਂ ਨੂੰ ਦੇ ਰੱਖਿਆ 30,900। ਆ ਟੋਟਲ ਦੇ ਰੱਖਿਆ ਆਪਾਂ ਨੂੰ ਵੀ ਟੋਟਲ ਰੈਵਨਿਊ ਪ੍ਰੈਜ਼ੈਂਟ ਦਾ ਇੰਨਾ ਹੈ। ਤਾਂ ਹੁਣ ਦੇਖੋ ਪ੍ਰੈਜ਼ੈਂਟ ਦੇ ਆਪਣੇ ਕੋਲੇ ਕਿਰਾਏ ਦੀ ਰੇਸ਼ੋ ਹੈ, ਪ੍ਰੈਜ਼ੈਂਟ ਦੇ ਆਪਣੇ ਕੋਲੇ ਪੈਸੇਂਜਰ ਦੀ ਰੇਸ਼ੋ ਹੈ। ਜਦੋਂ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਪ੍ਰੈਜ਼ੈਂਟ ਦੇ ਰੈਵਨਿਊ ਦੀ ਰੇਸ਼ੋ ਆਊਗੀ। ਤਾਂ ਪ੍ਰੈਜ਼ੈਂਟ ਦਾ ਜਿਹੜਾ ਰੈਵਨਿਊ ਆਊਗਾ ਉਹ ਕਿੰਨਾ ਆਊਗਾ, ਮਲਟੀਪਲਾਈ ਕਰਾਂਗੇ ਫੇਅਰ ਇਨਟੂ ਨੰਬਰ ਆਫ ਪੈਸੇਂਜਰ, ਤਾਂ ਕੀ ਆਊਗਾ 600 ਇਨਟੂ 189 ਇਨਟੂ 5 ਕਰਾਂਗੇ 945। ਨਹੀਂ ਤੁਹਾਨੂੰ ਇੰਨਾ ਹੀ ਕਰੋ, ਤੁਹਾਨੂੰ ਮੈਂ ਇੱਕ ਹੋਰ ਉਹੀ ਪੁਰਾਣੇ ਵਾਲੇ ਮੈਥਡ ਨਾਲ ਹੀ ਕਰਨਾ ਵੀ। ਆ ਤੁਹਾਨੂੰ ਮੈਂ ਦੱਸਿਆ ਸੀ ਵੀ ਜਦੋਂ ਆਪਾਂ ਮਲਟੀਪਲਾਈ ਕਰਨਾ ਹੋਵੇ ਤਾਂ ਇਹ ਰੇਸ਼ੋ ਦੇ ਵਿੱਚ ਹੋਵੇ, ਜਿੰਨਾ ਕੱਟਿਆ ਜਾਂਦਾ ਕੱਢ ਦੋ। 40 ਤੇ ਗਿਆ 6 ਤੇ 18 9, ਰੇਸ਼ੋ ਕਿੰਨੀ ਆ ਗਈ 40 ਰੇਸ਼ੋ 63 ਆ ਗਈ। 40 ਰੇਸ਼ੋ ਕੀ ਆ ਗਈ 63 ਆ ਗਈ। ਹੁਣ ਇਹ 40 ਰੇਸ਼ੋ 63 ਕਿਹਦੀ ਆ ਗਈ, ਆਪਣੇ ਰੈਵਨਿਊ ਦੀ। ਆਪਾਂ ਨੂੰ ਕੱਢਣ ਨੂੰ ਕੀ ਕਿਹਾ, ਸੈਕੰਡ ਕਲਾਸ ਦਾ। ਤਾਂ ਹੁਣ ਟੋਟਲ ਕਿੰਨਾ ਹੈ 103, ਉਹ ਬਰਾਬਰ ਕਿੰਨਾ 30,900। ਠੀਕ ਹੈ, ਕਿੰਨਾ ਹੈ 103, ਉਹ ਬਰਾਬਰ ਕਿੰਨਾ 30,900। ਤਾਂ ਕਹਿੰਦੇ ਸੈਕੰਡ ਕਲਾਸ 63 ਬਰਾਬਰ ਕਿੰਨਾ ਹੋਊਗਾ 30,900 ਡਿਵਾਈਡ ਬਾਈ 103 ਗੁਣਾ 63। ਆ ਸਿੱਧਾ ਕੱਟੇਗਾ 300 ਤੇ 18,900 ਤੁਹਾਡਾ ਕੀ ਆ ਗਿਆ ਸੈਕੰਡ ਕਲਾਸ ਦਾ ਪ੍ਰੈਜ਼ੈਂਟ ਰੈਵਨਿਊ। That means option A is your correct option, 18,900। ठीक है स्टूडेंट्स, बहुत ही अच्छे लेवल का क्वेश्चन है, इंपॉर्टेंट क्वेश्चन है। ਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਫਸਟ ਲੈਕਚਰ ਦੇ ਵਿੱਚ ਦੱਸਦਾ ਸੀ ਵੀ ਜਿਹੜੀ ਆਪਾਂ ਤਿਆਰੀ ਕਰ ਰਹੇ ਆ ਇਹ ਐ ਨਹੀਂ ਸੋਚਣਾ ਵੀ ਸਿਰਫ ਕਿਸੇ ਛੋਟੇ-ਮੋਟੇ ਐਗਜ਼ਾਮ ਲਈ ਹੈ, ਚਾਹੇ ਕੋਈ ਸੈਂਟਰ ਦਾ ਐਗਜ਼ਾਮ ਹੈ, ਈਵਨ ਕਿ ਮੈਂ ਤੁਹਾਨੂੰ ਦੱਸਿਆ ਚਾਹੇ UPSC CSET ਹੈ ਉਸ ਦੇ ਵਿੱਚ ਮੈਥਸ ਕਰਨਾ ਹੈ ਤਾਂ ਇਸ ਟਾਈਪ ਦੇ ਕੁਐਸਚਨਸ ਹੀ ਆਣਗੇ। ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ, ਕੰਟੈਂਟ ਅਸੀਂ ਤੁਹਾਨੂੰ ਪੂਰਾ ਤੇ ਪਾਰਟਿਕੂਲਰ ਐਗਜ਼ਾਮ ਪੁਆਇੰਟ ਆਫ View ਨਾਲ ਕੰਟੈਂਟ ਪ੍ਰੋਵਾਈਡ ਕਰਾਵਾਂਗੇ, ਕੋਈ ਫालतू ਉਹਦੇ ਵਿੱਚ ਚੀਜ਼ ਨਹੀਂ ਹੋਏਗੀ। ਚਲੋ ਜੀ, ਹੁਣ ਕੀ ਹੈ ਇਹ ਮੈਂ ਟਾਈਪ ਵਾਈਜ਼ ਕੁਐਸਚਨ ਕਰਾ ਰਿਹਾ, ਮਤਲਬ ਕੀ ਹੈ ਵੀ ਪਹਿਲਾਂ ਇੱਕ ਟਾਈਪ ਦੇ ਕੁਐਸਚਨ ਕਰਤੇ ਤਾਂ ਆਪਾਂ ਉਸ ਟਾਈਪ ਦੇ ਖਤਮ ਕਰ ਦਾਂਗੇ ਕੁਐਸਚਨਸ ਬਸ। ਹਰ ਇੱਕ ਟਾਈਪ ਦੇ ਕੁਐਸਚਨ ਕਰਾਏ ਵੀ ਜਿੰਨੇ ਅੱਜ ਤੱਕ ਕਿਸੇ ਵੀ ਪੇਪਰ ਦੇ ਵਿੱਚ ਆਏ ਆ, ਹਰ ਟਾਈਪ ਦੇ ਕੁਐਸਚਨਸ ਆਪਾਂ ਇਸ ਲੈਕਚਰ PDFs ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ, ਨਾਲ ਨਾਲ ਲੈਕਚਰ ਦੇ ਵਿੱਚ ਕਰਵਾਵਾਂਗੇ। ਤੇ ਬਾਕੀ ਤੁਹਾਨੂੰ ਹੈਲਪਲਾਈਨ ਨੰਬਰ ਆ ਉੱਤੇ ਦਿੱਤਾ ਹੀ ਵੇ, ਤੇ ਹਰ ਲੈਕਚਰ ਦੇ ਵਿੱਚ ਉੱਤੇ ਤੁਹਾਡਾ ਫਲੈਸ਼ ਹੁੰਦਾ ਹੈ ਵੀ ਜੇ ਮੰਨ ਲਓ ਇਨ ਕੇਸ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਐਪ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਕੋਈ PDFs ਨਹੀਂ ਮਿਲ ਰਿਹਾ, ਕੋਈ ਦਿੱਕਤ ਹੈ, ਤਾਂ ਇਸ ਨੰਬਰ ਤੇ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਵੀ ਅੱਗੇ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ਵੀ ਕਿਸ ਟਾਈਪ ਦੇ ਤੁਹਾਨੂੰ ਮੈਂ ਲੈਕਚਰ ਕਰਵਾਵਾਂ, ਕਿਹੜਾ ਚੈਪਟਰ ਸਟਾਰਟ ਕਰਵਾਵਾਂ, ਤਾਂ ਉਸ ਦੇ ਅਕੋਰਡਿੰਗ ਹੀ ਆਪਾਂ ਸਟਾਰਟ ਕਰਵਾਵਾਂਗੇ। ਠੀਕ ਹੈ ਜੀ, ਤਾਂ ਦੇਖੋ ਹੁਣ ਇਸ ਦੇ ਵਿੱਚ ਕੀ ਹੈ, ਕਹਿੰਦੇ ਅ ਪਰਸਨ ਟਰੈਵਲ ਡਿਸਟੈਂਸ ਆਫ ਇੰਨਾ। ਕਹਿੰਦੇ ਇੱਕ ਬੰਦਾ ਹੈ ਉਹ ਡਿਸਟੈਂਸ ਟਰੈਵਲ ਕਰ ਰਿਹਾ ਹੈ ਇੰਨਾ, ਇੰਨੇ ਕਿਲੋਮੀਟਰ ਡਿਸਟੈਂਸ ਟਰੈਵਲ ਕਰ ਰਿਹਾ। ਹੁਣ ਇਹ ਕਿਵੇਂ ਟਰੈਵਲ ਕਰ ਰਿਹਾ, 에ਅਰਪਲੇਨ ਨਾਲ, ਜਹਾਜ਼ ਨਾਲ, ਟ੍ਰੇਨ ਨਾਲ ਤੇ ਬੋਟ ਨਾਲ। ਠੀਕ ਹੈ ਜੀ, ਕਹਿੰਦੇ ਰੇਸ਼ੋ ਆਫ देयर ਸਪੀਡ ਆ ਰਿਸਪੈਕਟਿਵਲੀ ਇੰਨਾ, ਉਹਦੀ ਜਿਹੜੀ ਸਪੀਡ ਦੀ ਰੇਸ਼ੋ ਹੈ ਠੀਕ ਹੈ ਕਿੰਨੀ ਹੈ 20:1:3। ਠੀਕ ਹੈ ਜੀ, ਕਹਿੰਦੇ ਰੇਸ਼ੋ ਆਫ ਟਾਈਮ ਵੀ ਕਿੰਨਾ ਟਾਈਮ ਲੈ ਰਿਹਾ ਵੀ ਜਹਾਜ਼ ਤੋਂ ਕਿੰਨਾ ਟਾਈਮ ਲੈ ਰਿਹਾ, ਟ੍ਰੇਨ ਤੇ ਕਿੰਨਾ ਟਾਈਮ ਲੈ ਰਿਹਾ, ਤੇ ਬੋਟ ਤੇ ਕਿੰਨਾ ਟਾਈਮ ਲੈ ਰਿਹਾ, ਉਹਦੀ ਰੇਸ਼ੋ ਕਿੰਨੀ ਹੈ 1:16:2। ਠੀਕ ਹੈ ਜੀ, ਕਹਿੰਦੇ ਫਾਈਂਡ ਦ ਡਿਸਟੈਂਸ ਟਰੈਵਲਡ ਬਾਈ ਬੋਟ। ਹੁਣ ਆਪਾਂ ਨੂੰ ਰੇਸ਼ੋ ਕਿਹਦੀ ਦਿੱਤੀ ਹੈ ਸਪੀਡ ਦੀ, ਟਾਈਮ ਦੀ, ਕੱਢਣ ਨੂੰ ਕਹਿੰਦਾ ਡਿਸਟੈਂਸ। ਤਾਂ ਦੇਖੋ ਆਪਾਂ ਛੋਟੇ ਹੁੰਦੇ ਤੋਂ ਸਕੂਲ ਟਾਈਮ ਤੋਂ ਕਰਦੇ ਆ ਰਹੇ ਹਾਂ, ਇੱਕ ਫਾਰਮੂਲਾ ਆਉਂਦਾ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਦੈਟ ਮੀਨ ਜਿਹੜੀ ਸਪੀਡ ਹੁੰਦੀ ਹੈ ਉਹ ਕੀ ਹੁੰਦਾ ਹੈ ਡਿਸਟੈਂਸ ਡਿਵਾਈਡਡ ਬਾਈ ਟਾਈਮ। ਤਾਂ ਆਪਾਂ ਡਿਸਟੈਂਸ ਕੱਢਣਾ ਹੈ ਤਾਂ ਟਾਈਮ ਨੂੰ ਉੱਧਰ ਲੈ ਜਾਵਾਂਗੇ ਤਾਂ ਜਿਹੜਾ ਡਿਸਟੈਂਸ ਹੋਊਗਾ ਉਹ ਕੀ ਹੋਊਗਾ ਸਪੀਡ ਇਨਟੂ ਟਾਈਮ। ਠੀਕ ਹੈ, ਜੇ ਇਹ ਆਪਾਂ ਫਾਰਮੂਲਾ ਇਹਦੇ ਵਿੱਚ ਹੈ ਤਾਂ ਰੇਸ਼ੋ ਦੇ ਵਿੱਚ ਕਿਹੜਾ ਅੱਡ ਫਾਰਮੂਲਾ ਹੋਊਗਾ, ਰੇਸ਼ੋ ਦੇ ਵਿੱਚ ਵੀ ਸੇਮ ਫਾਰਮੂਲਾ ਹੋਊਗਾ। ਦੈਟ ਮੀਨਸ ਆਪਾਂ ਜੇ ਡਿਸਟੈਂਸ ਦੀ ਰੇਸ਼ੋ ਕੱਢਣੀ ਹੈ ਤਾਂ ਡਿਸਟੈਂਸ ਦੀ ਰੇਸ਼ੋ ਕੀ ਕਰਨੀ ਹੈ ਸਪੀਡ ਇਨਟੂ ਟਾਈਮ। ਤਾਂ ਸਪੀਡ ਆਪਣੇ ਕੋਲੇ ਕਿੰਨੀ ਹੈ 20 ਗੁਣਾ 1 ਟਾਈਮ, ਤਾਂ ਕਿੰਨਾ ਹੈ 20 ਰੇਸ਼ੋ 16:6। ਹੁਣ ਕੱਟਿਆ ਜਾ ਰਿਹਾ, ਹਾਂਜੀ ਕੱਟਿਆ ਜਾ ਰਿਹਾ ਕਿੰਨੇ ਤੇ, ਤਾਂ ਆਪਣੇ ਕੋਲੇ ਰੇਸ਼ੋ ਕਿੰਨੀ ਆ ਗਈ 10:8:3। ਤਾਂ 10:8:3 ਕਾਹਦੀ ਆਈ ਆਪਣੀ ਟੋਟਲ ਡਿਸਟੈਂਸ ਦੀ, ਵੀ ਡਿਸਟੈਂਸ ਕਿੰਨਾ ਕਿਵੇਂ ਟਰੈਵਲ ਕਰ ਰਿਹਾ, 에ਅਰਪਲੇਨ ਨਾਲ ਇੰਨਾ ਡਿਸਟੈਂਸ, ਟ੍ਰੇਨ ਨਾਲ ਇੰਨਾ ਤੇ ਬੋਟ ਨਾਲ ਇੰਨਾ। ਠੀਕ ਹੈ, ਹੁਣ ਕਹਿੰਦੇ ਫਾਈਂਡ ਦ ਡਿਸਟੈਂਸ ਟਰੈਵਲਡ ਬਾਈ ਬੋਟ। ਬੋਟ ਦਾ ਕਿੰਨਾ ਹੈ 3। ਠੀਕ ਹੈ,
ਉੱਪਰ ਆ ਜੂ 3 ਤੁਹਾਨੂੰ ਉਦੋਂ ਦੱਸਿਆ ਸੀ ਤੇ ਟੋਟਲ ਕਿੰਨਾ 21 ਨੀਚੇ ਆ ਜੂ 21 ਇਨਟੂ ਆਪਾਂ ਨੂੰ ਦਿੱਤਾ ਕਿੰਨਾ ਹੈ ਟੋਟਲ ਡਿਸਟੈਂਸ ਠੀਕ ਹੈ ਜੀ ਠੀਕ ਹੈ ਤਾਂ ਕੱਟਾਂ ਆ ਕਿੰਨੇ ਦੇਗਾ 7 ਤੇ ਆ ਕਿੰਨੇ ਦੇਗਾ ठीक है ਤਾਂ 570 ਕਿਲੋਮੀਟਰ ਆਪਣੇ ਕੋਲੇ ਕੀ ਆ ਗਿਆ ਡਿਸਟੈਂਸ ਟਰੈਵਲਡ ਬਾਈ ਫੂਡ ਆਪਸ਼ਨ ਏ ਇਜ਼ ਕਰੈਕਟ 570 ਕਿਲੋਮੀਟਰ ਐਂ ਤੁਸੀਂ ਕੋਈ ਵੀ ਕੱਢ ਸਕਦੇ ਹੋ ਜੇ 에ਅਰਪਲੇਨ ਦਾ ਕਹਿੰਦਾ 에ਅਰਪਲੇਨ ਦਾ ਕੱਢ ਦਿੰਦੇ ਜੇ ਟ੍ਰੇਨ ਦਾ ਕਹਿੰਦਾ ਟ੍ਰੇਨ ਦਾ ਕੱਢ ਦਿੰਦੇ ਜੇ ਮੰਨ ਲਓ ਕੋਈ ਇੱਕ ਦਿੱਤਾ ਹੁੰਦਾ ਤੇ ਆਪਾਂ ਟੋਟਲ ਕੱਢਣਾ ਹੁੰਦਾ ਤਾਂ ਆਪਾਂ ਉਵੇਂ ਹੀ ਟੋਟਲ ਕੱਢ ਦਿੰਦੇ ਕਨਸੈਪਟ ਇਜ਼ ਸੇਮ ਚਲੋ ਜੀ ਹੁਣ ਫੇਰ ਆਪਾਂ ਮੈਂ ਤੁਹਾਨੂੰ ਦੱਸਿਆ ਟਾਈਪ ਬਾਈ ਚੱਲਾਂਗੇ ਨੈਕਸਟ ਟਾਈਪ ਹੈ ਇਹਦੇ ਵਿੱਚ ਹੁਣ ਕੀ ਹੈ ਕਹਿੰਦੇ 21200 ਰੁਪਏ 21200 ਰੁਪਏ ਆਪਾਂ ਵੰਡੇ ਆ ਠੀਕ ਹੈ ਕਿੰਨੇ 48% ਦੇ ਵਿੱਚ 48 ਬੰਦਿਆਂ ਦੇ ਵਿੱਚ ਆਪਾਂ ਵੰਡੇ ਆ ਇੰਨੇ ਪੈਸੇ ਠੀਕ ਹੈ ਜੀ ਕਹਿੰਦੇ ਇਨ ਵਿਚ ਮੇਲ ਫੀਮੇਲ ਐਂਡ ਚਿਲਡਰਨ ਆਰ ਇਨਕਲੂਡਡ ਜਿਹਦੇ ਵਿੱਚ ਹੈ ਕਿ ਮੇਲ ਹੈ ਫੀਮੇਲ ਹੈ ਤੇ ਚਿਲਡਰਨ ਹੈ ਇੰਪੋਰਟੈਂਟ ਕੁਐਸਚਨ ਹੈ ਪਲੀਜ਼ ਥੋੜਾ ਧਿਆਨ ਨਾਲ ਸਮਝ ਕੇ ਕਰਨਾ ਠੀਕ ਹੈ ਕਿਉਂਕਿ ਇਹ ਕੁਐਸਚਨ ਬਹੁਤ ਹੀ ਕਾਮਨ ਹੈ ਤੇ ਹਰ ਵਾਰ ਬੱਚੇ ਕੋਈ ਨਾ ਕੋਈ ਛੋਟੀ ਮੋਟੀ ਇਹਦੇ ਵਿੱਚ ਗਲਤੀ ਕਰ ਦਿੰਦੇ ਜਿਹਦੇ ਕਰਕੇ ਕੁਐਸਚਨਸ ਦੇ ਨੰਬਰ ਕੱਟੇ ਜਾਂਦੇ ਤਾਂ ਪਲੀਜ਼ ਹੁਣ ਧਿਆਨ ਨਾਲ ਸੁਣਨਾ ਹੈ ਬੜੇ ਸਿੰਪਲ ਤਰੀਕੇ ਨਾਲ ਆਪਾਂ ਕਰਾਂਗੇ ਤਾਂ ਕੀ ਹੈ ਕਹਿੰਦੇ 21200 ਰੁਪਏ ਡਿਸਟ੍ਰੀਬਿਊਟ ਕੀਤਾ 48 ਬੰਦਿਆਂ ਦੇ ਵਿੱਚ ਠੀਕ ਹੈ ਰੇਸ਼ੋ ਆਫ ਆਲ ਦਾ ਮੇਲ ਆਲ ਸਾਰੇ ਦਿੱਤੇ ਹੋਏ ਟੋਟਲ ਆਲ ਦਾ ਫੀਮੇਲ ਐਂਡ ਚਿਲਡਰਨ ਆਰ ਰਿਸਪੈਕਟਿਵਲੀ ਇੰਨਾ ਤਾਂ ਆਲ ਮੇਲ ਫੀਮੇਲ ਤੇ ਚਿਲਡਰਨ ਦੀ ਜਿਹੜੀ ਰੇਸ਼ੋ ਹੈ ਉਹ ਕਿੰਨੀ ਹੈ 18:15:20 18:15:20 ਕਹਿੰਦੇ ਸ਼ੇਅਰ ਆਫ ਈਚ ਇਹ ਹੁਣ ਤੁਹਾਨੂੰ ਯਾਦ ਆਣਾ ਚਾਹੀਦਾ ਕੁਐਸਚਨਸ ਜਿਹੜੇ ਪਹਿਲਾਂ ਕਰਵਾਏ ਸੀ ਜਿਹਦੇ ਵਿੱਚ ਆਪਾਂ ਉਹ ਕੀਤਾ ਸੀ ਟੋਟਲ ਸੈਲਰੀ ਆਫ ਮੇਲ ਸੈਲਰੀ ਆਫ ਈਚ ਮੇਲ ਉਹ ਕਨਸੈਪਟ ਹੁਣ ਇਹਦੇ ਵਿੱਚ ਯੂਜ਼ ਹੋਊਗਾ ਤਾਂ ਕਹਿੰਦੇ ਸ਼ੇਅਰ ਆਫ ਈਚ ਮੇਲ ਫੀਮੇਲ ਐਂਡ ਚਿਲਡਰਨ ਇਜ਼ ਇੰਨਾ ਤਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰੀ ਹਰ ਲੈਕਚਰ ਤੁਹਾਨੂੰ ਕੋਈ ਨਾ ਕੋਈ ਕਨਸੈਪਟ ਦੇ ਕੇ ਜਾਊਗਾ ਹਰ ਇੱਕ ਲੈਕਚਰ ਇੱਕ ਕਨਸੈਪਟ ਦੇ ਕੇ ਜਾਊਗਾ ਤਾਂ ਉਹ ਪਲੀਜ਼ ਕਨਸੈਪਟ ਦਿਮਾਗ 'ਚ ਰੱਖਣਾ ਕਿਸੇ ਵੀ ਵੱਡੇ ਤੋਂ ਵੱਡੇ ਕੁਐਸਚਨ ਦੇ ਵਿੱਚੋਂ ਕਨਸੈਪਟ ਯੂਜ਼ ਹੋ ਸਕਦਾ ਚਲੋ ਜੀ ਤਾਂ ਮੇਲ ਫੀਮੇਲ ਐਂਡ ਚਿਲਡਰਨ ਈਚ ਦੀ ਰੇਸ਼ੋ ਕਿੰਨੀ ਹੈ ਜਿਹੜਾ ਸ਼ੇਅਰ ਹੈ ਇਕੱਲੇ ਇਕੱਲੇ ਨੂੰ ਮਿਲ ਰਿਹਾ ਉਹ ਕਿੰਨਾ ਹੈ 6:3:5 ਕਿੰਨਾ 6:3:5 ਹੁਣ ਕਹਿੰਦੇ ਸਾਰਿਆਂ ਨੂੰ ਮੰਨ ਲਓ ਜਿਵੇਂ ਆਪਣੇ ਘਰੇ ਕਈ ਵਾਰ ਕੀ ਹੁੰਦਾ ਰਿਸ਼ਤੇਦਾਰ ਆਉਂਦੇ ਆ ਉਹ ਕੀ ਕਰਦੇ ਆ ਕਹਿੰਦੇ 500 ਰੁਪਏ ਸ਼ਗਨ ਦੇ ਠੀਕ ਹੈ ਤੇ ਦੋ ਬੰਦਿਆਂ ਨੂੰ ਦੇ ਕੇ ਦੋਨੋਂ ਵੰਡ ਲਓ ਤਾਂ ਆਪਾਂ ਕਹਿੰਦੇ ਇਕੱਲੇ ਦਾ ਹਿੱਸਾ ਕਿੰਨਾ ਹੈ 250 ਐਵੇਂ ਕਰਦੇ ਆ ਨਾ ਹੁਣ ਇਹਦੇ ਵਿੱਚ ਕੀ ਹੈ ਵੀ ਆਪਾਂ ਨੂੰ ਆਲ ਦੇਤਾ ਵੀ ਸਾਰੇ ਮੇਲ ਦੇ ਵਿੱਚ ਇੰਨਾ ਹੈ ਸ਼ੇਅਰ ਹੈ ਤੇ ਇੱਕ ਮੇਲ ਦੈਟ ਮੀਨਸ ਈਚ ਨੂੰ ਜਿਹੜੀ ਸੈਲਰੀ ਮਿਲ ਰਹੀ ਹੈ ਈਚ ਨੂੰ ਜਿੰਨਾ ਸ਼ੇਅਰ ਮਿਲ ਰਿਹਾ ਉਹਦੀ ਰੇਸ਼ੋ ਇਹ ਹੈ ਤਾਂ ਜਦੋਂ ਆਪਾਂ ਕੀ ਕਰਦੇ ਆ ਹੁਣ ਇੱਥੇ ਮੈਂ ਕੀ ਦੱਸਿਆ ਤੁਹਾਨੂੰ ਵੀ ਆਹ ਕੀ ਸੀ ਆਪਣਾ ਟੋਟਲ ਠੀਕ ਹੈ ਵੀ ਟੋਟਲ ਪੈਸਾ ਇੰਨਾ ਆਇਆ ਡਿਵਾਈਡਡ ਵੀ ਆਪਾਂ ਇੱਥੇ ਨੰਬਰ ਆਫ ਪਰਸਨਸ ਕਰਤਾ ਤਾਂ ਆਪਣੇ ਕੋਲੇ ਕੀ ਆ ਗਿਆ ਈਚ ਦਾ ਹੁਣ ਐਂ ਆਪਾਂ ਟੋਟਲ ਦੇ ਨਾਲ ਈਚ ਨੂੰ ਡਿਵਾਈਡ ਕਰ ਦਾਂਗੇ ਦੈਟ ਮੀਨਸ 500 ਰੁਪਇਆ ਸੀ ਇੱਕ ਬੰਦੇ ਨੂੰ ਆਇਆ 250 ਤਾਂ ਬੰਦੇ ਕਿੰਨੇ ਸੀ 2 ਤਾਂ ਆਪਣੇ ਕੋਲੇ ਕੀ ਆ ਜੂ ਨੰਬਰ ਆਫ ਪਰਸਨਸ ਆ ਜਾਣਗੇ ਠੀਕ ਹੈ ਤਾਂ ਹੁਣ ਦੇਖੋ ਆਲ ਨੂੰ ਈਚ ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲੇ ਨੰਬਰ ਆਫ ਮੇਲ ਫੀਮੇਲ ਦੀ ਰੇਸ਼ੋ ਆ ਜੂਗੀ ਕੀ ਆਊਗੀ 18/6 ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਨਹੀਂ ਤਾਂ ਡਾਇਰੈਕਟ ਆਪਾਂ ਕਰਾਂਗੇ ਇਹਦੇ ਵਿੱਚ ਤਾਂ ਆਪਣੇ ਕੋਲੇ ਰੇਸ਼ੋ ਕਿੰਨੀ ਆ ਗਈ 3:5:4 ਤਾਂ 3:5:4 ਆਪਣੇ ਕੋਲੇ ਕਾਹਦੀ ਆਈ ਤੇ ਨੰਬਰ ਆਫ ਮੇਲ ਫੀਮੇਲ ਕਿੰਨੀ ਹੈ ਠੀਕ ਹੈ ਜੀ ਹੁਣ ਕੀ ਕਹਿ ਰਹੇ ਆ ਦੇਖੋ ਆਪਣੇ ਕੋਲੇ ਮੇਲ ਫੀਮੇਲ ਤੇ ਚਿਲਡਰਨ ਦੀ ਰੇਸ਼ੋ ਆ ਗਈ 3:5 ਮੇਲ ਫੀਮੇਲ ਤੇ ਚਿਲਡਰਨ ਦੀ ਨੰਬਰ ਵੀ ਇੰਨੇ ਮੇਲ ਹੈ ਇੰਨੇ ਫੀਮੇਲ ਹੈ ਇੰਨੇ ਚਿਲਡਰਨ ਹੈ ਉਹਦੀ ਆਪਣੇ ਕੋਲੇ ਰੇਸ਼ੋ ਆ ਗਈ ਹੁਣ ਆਪਾਂ ਨੂੰ ਕੱਢਣ ਨੂੰ ਕੀ ਕਿਹਾ ਧਿਆਨ ਦੇਣਾ ਸ਼ੇਅਰ ਆਫ ਈਚ ਮੇਲ ਠੀਕ ਹੈ ਤਾਂ ਈਚ ਮੇਲ ਕੱਢਣ ਲਈ ਆਪਣੇ ਕੋਲ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਵੀ ਸਾਰੇ ਮੇਲ ਨੂੰ ਕਿੰਨਾ ਪੈਸਾ ਮਿਲ ਰਿਹਾ ਆਲ ਠੀਕ ਹੈ ਵੀ ਠੀਕ ਹੈ ਤੇ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਵੀ ਨੰਬਰ ਆਫ ਮੇਲ ਕਿੰਨੇ ਠੀਕ ਹੈ
ਜਦੋਂ ਆਪਾਂ ਨੂੰ ਕਿਸੇ ਇੱਕ ਬੰਦੇ ਦਾ ਕੋਈ ਕੱਢਣ ਨੂੰ ਕਹਿਤਾ ਤਾਂ ਆਪਾਂ ਨੂੰ ਐਂ ਤਾਂ ਪਤਾ ਹੋਣਾ ਚਾਹੀਦਾ ਵੀ ਟੋਟਲ ਬੰਦੇ ਨੂੰ ਮਿਲ ਕਿੰਨਾ ਰਿਹਾ, ਤੇ ਟੋਟਲ ਬੰਦੇ ਨੂੰ ਮਿਲ ਰਿਹਾ ਤਾਂ ਆਪਾਂ ਨੂੰ ਐਂ ਪਤਾ ਹੋਣਾ ਚਾਹੀਦਾ ਵੀ ਬੰਦੇ ਹੈ ਕਿੰਨੇ। ਠੀਕ ਹੈ, ਤਾਂ ਹੁਣ ਕੀ ਹੈ, ਆਪਣੇ ਕੋਲੇ ਟੋਟਲ ਪਰਸਨ ਦੇਤੇ 48, ਟੋਟਲ ਪਰਸਨ ਦੇਤੇ 48 ਤੇ ਨੰਬਰ ਆਫ ਟੋਟਲ ਪਰਸਨ ਮੇਲ ਫੀਮੇਲ ਤੇ ਚਿਲਡਰਨ ਹੈ ਕਿੰਨੇ, 5 4 9 ਤੇ 3 12, ਤਾਂ ਜਿਹੜੇ 12 ਹੈ ਰੇਸ਼ੋ ਚ 12 ਹੈ ਤਾਂ ਅਸਲੀ ਚ ਵੈਲਿਊ ਕਿੰਨੀ 48, ਤਾਂ ਆਪਾਂ ਮੇਲ ਦਾ ਕੱਢਣਾ ਤਾਂ ਸਿਰਫ ਮੇਲ ਹੀ ਕੱਢਾਂਗੇ ਤਾਂ 3 ਬਰਾਬਰ ਕਿੰਨਾ 48 ਡਿਵਾਈਡਡ ਬਾय 12 ਗੁਣਾ 3 ਤਾਂ ਕਿੰਨਾ ਹੈਗਾ 12 ਚੌਕ 48, ਤਾਂ ਆਨਸਰ ਕਿੰਨਾ ਆ ਗਿਆ, ਨੰਬਰ ਆਫ ਮੇਲ ਕਿੰਨੇ ਆ 12। ਹੁਣ 12 ਮੇਲ ਹੈ, 12 ਕੀ ਹੈ ਮੇਲ ਹੈ। ਫੇਰ ਕੀ ਪਤਾ ਹੋਣਾ ਚਾਹੀਦਾ ਤੁਹਾਨੂੰ, ਹੁਣ ਕਹਿੰਦੇ ਆਲ ਸਾਰੇ ਮੇਲ ਨੂੰ ਕਿੰਨਾ ਮਿਲ ਰਿਹਾ 18। ਠੀਕ ਹੈ, ਹਾਂ ਤਾਂ ਸਾਰਿਆਂ ਦੇ ਸ਼ੇਅਰ ਸੀ ਨਾ, ਆਲ ਮੇਲ ਫੀਮੇਲ ਤੇ ਚਿਲਡਰਨ ਦਾ, ਇਹਦੀ ਰੇਸ਼ੋ ਕਿੰਨੀ ਆ 18 15 ਤੇ 20, ਤੇ ਟੋਟਲ ਪੈਸਾ ਹੈ ਕਿੰਨਾ 21200। ਠੀਕ ਹੈ ਜੀ, ਤਾਂ ਮੇਲ ਸਾਰੇ ਮੇਲ ਨੂੰ, ਇਹ ਨਹੀਂ ਇੱਕ ਮੇਲ ਦਾ ਨਹੀਂ ਹੈ, ਸਾਰੇ ਮੇਲ ਦਾ ਇਹ ਆਲ ਫੀਮੇਲ ਦੀ ਰੇਸ਼ੋ ਹੈ ਵੀ ਸਾਰੇ ਜਿਹੜੇ ਮੇਲ ਹੈ, ਮੰਨ ਲਓ ਹੁਣ ਮੈਂ ਕਿਤੇ ਬੈਠਾ ਹੈ, ਕਿਤੇ ਆਪਾਂ ਪੈਸੇ ਵੰਡਨੇ ਆ, ਮੰਗਤੇ ਬੈਠੇ ਮੰਨ ਲਓ, ਠੀਕ ਹੈ, ਉੱਥੇ ਕੁਝ ਮੇਲ ਹੈ ਕੁਝ ਫੀਮੇਲ ਹੈ ਤੇ ਕੁਝ ਬੱਚੇ ਬੈਠੇ ਹੈ। ਠੀਕ ਹੈ, ਤਾਂ ਉਹ ਹੁਣ ਆਪਾਂ ਮੇਲ ਨੂੰ ਇੰਨੇ ਪੈਸੇ ਵੰਡਤੇ, ਫੀਮੇਲ ਨੂੰ ਇੰਨੇ ਪੈਸੇ ਵੰਡਤੇ, ਚਿਲਡਰਨ ਨੂੰ ਇੰਨੇ ਪੈਸੇ ਵੰਡਤੇ, ਤਾਂ ਇਹ ਟੋਟਲ ਸਾਰੇ ਵੀ ਜਿੰਨੇ ਮੇਲ ਸੀ ਉਹਨਾਂ ਦੀ ਆਪਾਂ ਵੈਲਿਊ ਕੱਢ ਰਹੇ ਹਾਂ, ਨਾ ਕਿ ਕਿਸੇ ਇੱਕ ਪਾਰਟਿਕੂਲਰ ਦੀ। ਠੀਕ ਹੈ, ਤਾਂ ਚਲੋ, ਤਾਂ ਹੁਣ ਦੇਖੋ ਕੀ ਹੈ ਇਹਦੇ ਵਿੱਚ 18 ਡਿਵਾਈਡਡ ਬਾਈ ਟੋਟਲ ਕਿੰਨਾ ਹੈ 30 ਤੇ 33 53। ਠੀਕ ਹੈ, ਟੋਟਲ ਕਿੰਨਾ 53 ਇਨਟੂ ਆਪਣੀ ਹੈ ਕਿੰਨੀ 212 21200। ਠੀਕ ਹੈ ਜੀ, ਇਹ ਉਹੀ ਹੈ ਜਿਹੜਾ ਆਪਾਂ ਕਰਦੇ ਹੁੰਦੇ 53 ਬਰਾਬਰ ਇੰਨਾ, ਆ ਬਰਾਬਰ ਕਿੰਨਾ, ਤਾਂ ਸਿੱਧਾ ਕੀ ਹੈ ਜਿਹੜਾ ਕੱਢਣਾ ਉੱਪਰ ਡਿਵਾਈਡ ਬਾਈ ਟੋਟਲ ਇਨਟੂ ਟੋਟਲ ਜਿਹੜੀ ਵੈਲਿਊ ਆਪਾਂ ਨੂੰ ਦੇ ਰੱਖੀ। ਠੀਕ ਹੈ ਜੀ, ਤਾਂ ਹੁਣ ਦੇਖੋ ਆ ਵੀ ਤੁਹਾਨੂੰ ਸਿੱਧਾ ਪਤਾ ਲੱਗ ਰਿਹਾ ਵੀ 4 ਤੇ ਜਾਊਗਾ, ਕਿਉਂਕਿ 4 ਤੇ ਵਾਰ 5 ਵੀ ਤੇ 21। ਠੀਕ ਹੈ, ਤਾਂ ਕਿੰਨਾ ਗਿਆ 400 ਤੇ, ਤਾਂ ਕਿੰਨੀ ਵੈਲਿਊ ਆ ਗਈ 7200। ਹੁਣ 7200 ਕੀ ਆ ਗਿਆ, 7200 ਆ ਗਿਆ ਵੀ ਸਾਰੇ ਮੇਲ ਆਲ ਮੇਲ ਦਾ ਕਿੰਨਾ ਆ ਗਿਆ 7200 ਰੁਪਏ, ਤੇ ਮੇਲ ਹੈ ਕਿੰਨੇ 12, ਤਾਂ ਇੱਕ ਨੂੰ ਕਿੰਨਾ ਆਊਗਾ 600। ਠੀਕ ਹੈ ਜੀ, ਤਾਂ ਇੱਕ ਮੇਲ ਨੂੰ ਕਿੰਨਾ ਆਊਗਾ 600 ਰੁਪਏ, that means option D is your correct option 600। ਠੀਕ ਹੈ ਜੀ, ਸਮਝ ਆਇਆ। ਚਲੋ ਜੀ, ਚੱਲਦੇ ਆਪਾਂ ਨੈਕਸਟ ਕੁਐਸਚਨ ਦੇ। ਇਹ ਕੁਐਸਚਨ ਨੂੰ ਐ ਦੇਖ ਕੇ ਨਹੀਂ ਛੱਡਣਾ ਵੀ ਲੰਬੇ ਕੁਐਸਚਨ ਹੈ ਜਾਂ ਔਖੇ ਕੁਐਸਚਨ ਹੈ। ਕਈ ਵਾਰ ਮੈਂ ਦੇਖਿਆ ਕਈ ਟੀਚਰ ਵੀ ਇਸ ਟਾਈਪ ਦੇ ਕੁਐਸਚਨਸ ਕਰਾਉਣ ਤੋਂ ਕੀ ਕਰਦੇ, ਪਰਹੇਜ਼ ਕਰਦੇ ਆ ਵੀ ਬੱਚੇ ਨਾ ਕਿਤੇ ਭੱਜ ਜਾਣ, ਬਟ ਜਿਹੜੀ ਤੁਹਾਡੀ ਸਿਲੈਕਸ਼ਨ ਕਰਵਾਉਣੀ ਹੈ ਉਹ ਔਖੇ ਕੁਐਸਚਨਾਂ ਨਹੀਂ ਕਰਵਾਉਣੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਤੇ ਔਖੇ ਕੁਐਸਚਨ ਐ ਨਹੀਂ ਵੀ ਔਖੇ ਕੁਛ ਉਹਦੇ ਵਿੱਚ ਤੀਰ ਮਾਰਨਾ, ਕੋਈ ਐਡਾ ਐ ਵੀ ਨਹੀਂ ਹੈਗਾ ਵੀ ਆਪਣੇ ਤੋਂ ਹੋ ਹੀ ਨਹੀਂ ਸਕਦੇ। ਠੀਕ ਹੈ, ਕਨਸੈਪਟ ਉਹੀ ਲੱਗੂਗਾ, ਥੋੜਾ ਹਾਂ ਕਈ ਵਾਰ ਥੋੜਾ ਲੈਂਥੀ ਹੋ ਜਾਂਦਾ, ਬਟ ਆਪਾਂ ਉਸ ਨੂੰ ਵੀ ਸੌਖੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਮੈਂ ਤੁਹਾਨੂੰ ਹੌਲੀ ਹੌਲੀ ਦੱਸ ਰਿਹਾ। ਇਹ ਸਮਝਾਉਣ 'ਚ ਥੋੜਾ ਮੈਂ ਜ਼ਿਆਦਾ ਡਿਟੇਲ 'ਚ ਸਮਝਾਉਣਾ ਹੈ, ਹੌਲੀ ਹੌਲੀ ਸਮਝਾਉਣਾ ਹੈ। ਤੁਸੀਂ ਜਦੋਂ ਕਰਨਾ ਪ੍ਰੈਕਟਿਸ ਜਦੋਂ ਕਰੋਗੇ, ਇੱਕ ਦੋ ਵਾਰ ਪ੍ਰੈਕਟਿਸ ਕੀਤੀ ਤਾਂ ਤੁਹਾਡੀ ਸਪੀਡ ਡਬਲ ਹੋ ਜੂਗੀ ਇਸ ਤੋਂ। ਚਲੋ ਜੀ, ਹੁਣ ਕੀ ਹੈ, ਕਹਿੰਦੇ 43000 ਡਿਸਟ੍ਰੀਬਿਊਟ ਕੀਤਾ 45 ਬੰਦੇ ਦੇ ਵਿੱਚ, ਜਿਹਦੇ ਵਿੱਚ ਮੇਲ ਫੀਮੇਲ ਤੇ ਚਿਲਡਰਨ ਇੰਕਲੂਡਡ ਹੈ। ਤੇ ਕੀ ਹੈ ਮੇਲ ਫੀਮੇਲ ਤੇ ਚਿਲਡਰਨ। ਫਿਰ ਉਸ ਤੋਂ ਬਾਅਦ ਕੀ ਕਹਿੰਦੇ ਰੇਸ਼ੋ ਆਫ ਸ਼ੇਅਰ ਆਫ ਆਲ ਮੇਲ ਫੀਮੇਲ, ਆਲ ਦੀ ਰੇਸ਼ੋ ਕਿੰਨੀ ਹੈ 12 15 16। ਠੀਕ ਹੈ ਜੀ, ਕਹਿੰਦੇ ਰੇਅਰ ਆਫ ਸ਼ੇਅਰ ਆਫ ਈਚ ਮੇਲ ਫੀਮੇਲ ਐਂਡ ਚਿਲਡਰਨ, ਈਚ ਦਾ ਸ਼ੇਅਰ ਕਿੰਨਾ ਹੈ 6 5 4। ਠੀਕ ਹੈ ਜੀ, ਕਹਿੰਦੇ ਫਾਈਂਡ ਦ ਸ਼ੇਅਰ ਆਫ ਈਚ ਮੇਲ, ਫਾਈਂਡ ਦ ਸ਼ੇਅਰ ਆਫ ਈਚ ਮੇਲ, ਤਾਂ ਮੈਂ ਦੱਸਿਆ ਆਲ ਦਾ ਈਚ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆਊ ਨੰਬਰ, ਤਾਂ 12 ਡਿਵਾਈਡ ਬਾਈ 6 2, 15 ਡਿਵਾਈਡ ਬਾਈ 5 3, 16 ਡਿਵਾਈਡ ਬਾਈ 4 4, ਤਾਂ 2 3 4 ਕੀ ਆ ਗਈ ਨੰਬਰ ਆਫ ਮੇਲ ਫੀਮੇਲ ਦੀ ਰੇਸ਼ੋ। ਉਸ ਤੋਂ ਬਾਅਦ ਕਹਿੰਦੇ ਹੁਣ ਈਚ, ਤਾਂ ਹੁਣ ਟੋਟਲ ਬੰਦੇ ਕਿੰਨੇ 45, ਜਿਹਦੇ ਵਿੱਚੋਂ ਆਪਾਂ ਕੱਢਣੇ ਕਿਹਦਾ ਮੇਲ ਦਾ, ਤਾਂ ਮੇਲ ਕਿੰਨੇ ਹੋਣਗੇ 2, 2 ਬਟਾ 4 3 7 9 ਇੰਟੂ 45, ਤਾਂ ਕਿੰਨੇ 10 ਮੇਲ ਆ ਆਪਣੇ ਕੋਲ, ਨੰਬਰ ਆਫ ਮੇਲ ਕਿੰਨੇ ਆ ਗਏ 10। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਆਪਾਂ ਮੈਂ ਕੀ ਦੱਸਿਆ ਪਿਛਲੇ ਕੁਐਸਚਨ ਦੇ ਵਿੱਚ ਵੀ ਆਪਾਂ ਨੂੰ ਮੇਲ ਦਾ ਵੀ ਪਤਾ ਹੋਣਾ ਚਾਹੀਦਾ ਵੀ ਮੇਲ ਟੋਟਲ ਮੇਲ ਨੂੰ ਕਿੰਨਾ ਮਿਲ ਰਿਹਾ, ਤਾਂ ਟੋਟਲ ਮੇਲ ਨੂੰ ਮਿਲ ਰਿਹਾ 12। ਠੀਕ ਹੈ, ਟੋਟਲ ਮੇਲ ਨੂੰ ਕਿੰਨਾ ਮਿਲ ਰਿਹਾ 12, ਤੇ ਰੇਸ਼ੋ ਦੇ ਟੋਟਲ ਹੈ ਕਿੰਨੇ 31 31 2 33 43।
ਸਹੀ ਹੈ ਨਾ, ਕਿਤੇ ਗਲਤ ਹੋ ਗਈ। 15 30 31 33 ਠੀਕ ਹੈ। ਤੇ ਹੈ ਕਿੰਨਾ ਟੋਟਲ? 43,000। ਇਹ ਸਿੱਧਾ ਹੀ ਕੱਟਿਆ ਗਿਆ, ਜਮਾ ਸਿੰਪਲ ਆ ਗਿਆ। ਤਾਂ ਕਿੰਨਾ ਆ ਗਿਆ ਆਪਣੇ ਕੋਲੇ? ਸਾਰੇ ਮੇਲ ਦਾ ਕਿੰਨਾ? 12,000। ਠੀਕ ਹੈ। ਤੇ ਮੈਂ ਆਪਾਂ ਪਿੱਛੇ ਕੈਲਕੂਲੇਟ ਕੀਤੇ, ਮੇਲ ਹੈ ਕਿੰਨੇ? 10। ਤਾਂ ਟੋਟਲ ਸਾਰੇ ਮੇਲ ਨੂੰ ਮਿਲਾ ਕੇ 12,000 ਬਣ ਰਿਹਾ, ਮੇਲ ਹੈਗੇ 10। ਤਾਂ ਇੱਕ ਮੇਲ ਦਾ ਕਿੰਨਾ ਸ਼ੇਅਰ? 1200 ਰੁਪਏ। ਆਪਣਾ ਆਨਸਰ ਆ ਗਿਆ ਆਪਸ਼ਨ ਸੀ ਇਜ਼ ਕਰੈਕਟ, ₹1200। ਠੀਕ ਹੈ ਜੀ। ਚਲੋ ਜੀ, ਚਲੋ ਹੁਣ ਫੇਰ ਨੈਕਸਟ ਟਾਈਪ, ਫੇਰ ਇੱਕ ਇੰਪੋਰਟੈਂਟ ਕੁਐਸਚਨ। ਇਹਦੇ ਵਿੱਚ ਕੀ ਹੈ? ਬੋਲੇ ਇੱਕ ਆਫਿਸ ਦੇ ਵਿੱਚ ਨੰਬਰ ਆਫ ਪੀਐਨ ਕਲਰਕ ਤੇ ਆਫਿਸਰ ਦੀ ਰੇਸ਼ੋ ਕਿੰਨੀ ਹੈ? 4:7:3 ਹੈ। ਇੱਕ ਆਫਿਸ ਹੈ ਜਿਹਦੇ ਵਿੱਚ ਪੀਐਨ ਕਲਰਕ ਤੇ ਆਫਿਸਰ ਦੀ ਰੇਸ਼ੋ ਇੰਨੀ ਹੈ। ਹੁਣ ਪੀਐਨ ਕਲਰਕ ਤੇ ਆਫਿਸਰ ਦੀ ਰੇਸ਼ੋ ਕਿੰਨੀ ਹੈ? 4:7:3। ਦੈਟ ਮੀਨਸ ਇੰਨੇ ਪੀਐਨ, ਇੰਨੇ ਕਲਰਕ ਹੈ, ਇੰਨੇ ਆਫਿਸਰ। ਹੁਣ ਕਹਿੰਦੇ ਰੇਸ਼ੋ ਆਫ ਸੈਲਰੀ ਆਫ ਈਚ ਦੀ ਸੈਲਰੀ, ਜਿਹੜੀ ਸੈਲਰੀ ਹੈ ਉਹਦੀ ਰੇਸ਼ੋ ਕਿੰਨੀ ਹੈ? 7:11:19। 7:11:19। ਫਿਰ ਕਹਿੰਦੇ ਟੋਟਲ ਨੰਬਰ ਆਫ ਕਲਰਕ ਇੰਨੇ ਆ। ਠੀਕ ਹੈ ਜੀ। ਤੇ ਟੋਟਲ ਸੈਲਰੀ ਅਮਾਊਂਟ, ਹੁਣ ਧਿਆਨ ਕੀ ਦੇਣਾ, ਟੋਟਲ ਸੈਲਰੀ ਅਮਾਊਂਟ ਆਪਾਂ ਨੂੰ ਕਹਿਤੀ, ਤਾਂ ਇਹੀ ਕਨਸੈਪਟ ਉਹੀ ਪਿਛਲੇ ਵਾਲੇ ਫੇਰ ਦਿਮਾਗ 'ਚ ਲਿਆਓ ਵੀ ਨੰਬਰ ਦੇ ਵਿੱਚ ਆਪਾਂ ਈਚ ਕਰਤਾ। ਮੰਨ ਲਓ ਤੁਸੀਂ ਆਫਿਸ ਖੋਲ੍ਹਿਆ, ਉਹਦੇ ਵਿੱਚ ਤੁਹਾਡੇ ਕੋਲੇ 10 EMPLOYE ਕੰਮ ਕਰਦੇ ਆ, ਹਰ ਇੱਕ ਬੰਦੇ ਨੂੰ ਤੁਸੀਂ 500 ਰੁਪਏ ਸੈਲਰੀ ਦਿੰਦੇ ਹੋ, ਤੇ ਟੋਟਲ ਸੈਲਰੀ ਤੁਸੀਂ ਕਿੰਨੇ ਦਿੰਦੇ? 5,000 ਰੁਪਏ ਦਿੰਦੇ ਹੋ ਨਾ। ਤਾਂ ਉਹੀ ਹੈ ਵੀ ਆਪਣੇ ਕੋਲੇ ਨੰਬਰ ਦੀ ਰੇਸ਼ੋ ਦੇਤੀ ਵੀ ਪੀਐਨ ਇੰਨੇ, ਕਲਰਕ ਕਿੰਨੇ, ਆਫਿਸਰ ਇੰਨੇ ਆ, ਤੇ ਈਚ ਦੀ ਰੇਸ਼ੋ ਦੇਤੀ ਵੀ ਈਚ ਸੈਲਰੀ ਕਿੰਨੀ ਲੈ ਰਿਹਾ, ਇੰਨੀ ਰੇਸ਼ੋ ਦੇ ਵਿੱਚ। ਤਾਂ ਆਪਾਂ ਟੋਟਲ ਕੱਢ ਲਾਂਗੇ ਵੀ ਟੋਟਲ ਆਪਣੇ ਕੋਲੇ ਕਿੰਨਾ ਹੈ। ਠੀਕ ਹੈ। ਤੇ ਟੋਟਲ ਕੱਢਣ ਲਈ ਕੀ ਹੈ? ਨੰਬਰ ਦੇ ਨਾਲ ਮਲਟੀਪਲਾਈ ਕਰ ਦਾਂਗੇ। 7 ਚੌਕੇ 28, 77, 57। ਠੀਕ ਹੈ ਜੀ। ਤਾਂ ਆਪਣੇ ਕੋਲੇ ਰੇਸ਼ੋ ਕਿਹਦੀ ਆ ਗਈ? ਟੋਟਲ। ਟੋਟਲ ਮਤਲਬ ਟੋਟਲ ਕਿੰਨੀ ਸੈਲਰੀ ਲੈ ਰਿਹਾ ਹਰ ਇੱਕ ਬੰਦਾ। ਠੀਕ ਹੈ। ਤਾਂ ਹੁਣ ਦੇਖੋ, ਹਾਂ, ਆਪਾਂ ਨੂੰ ਕੱਢਣ ਨੂੰ ਕੀ ਹੈ? ਈਚ ਪੀਐਨ ਦੀ ਸੈਲਰੀ, ਈਚ ਪੀਐਨ ਦੀ ਸੈਲਰੀ। ਓਕੇ। ਤਾਂ ਟੋਟਲ ਹੁਣ ਕਿੰਨੀ ਵੰਡੀ ਜਾ ਰਹੀ ਹੈ? ਇੰਨੀ। ਠੀਕ ਹੈ। ਤਾਂ ਹੁਣ ਪੀਐਨ ਦੀ ਕਿੰਨੀ ਹੈ? ਸਾਰੇ ਪੀਐਨਾਂ ਦੀ ਮਿਲਾ ਕੇ ਇੰਨੀ। ਠੀਕ ਹੈ। ਤਾਂ ਸਾਰੇ ਪੀਐਨਾਂ ਦੀ ਆਪਾਂ ਕਿਵੇਂ ਕੱਢਾਂਗੇ? 28 ਸਕਰੀਨ ਦੇ ਵਿੱਚ ਆ ਰਿਹਾ, ਹਾਂ, 28 ਡਿਵਾਈਡਡ ਬਾਈ, ਹੁਣ ਟੋਟਲ ਕਿੰਨਾ ਹੋ ਗਿਆ? ਆਪਾਂ 12। ਠੀਕ ਹੈ। 120, 120 ਤੇ 14, 134, 134 ਤੇ 8, 142, 152, 162। ਠੀਕ ਹੈ। ਤਾਂ ਟੋਟਲ ਕਿੰਨੀ ਹੋਈ? 162। ਇੰਟੂ ਕੀ ਕਰਾਂਗੇ? ਆਪਣੇ ਕੋਲੇ ਟੋਟਲ ਕਿੰਨਾ ਦੇ ਰੱਖੇ। ਠੀਕ ਹੈ ਜੀ। ਕਿੰਨੇ ਦੇ ਗਏ? 14 ਤੇ। ਠੀਕ ਹੈ ਜੀ। ਹੁਣ ਆ 9 ਤੇ ਕੱਟਿਆ ਰਿਹਾ, 9 ਦੇ ਟੇਬਲ ਤੇ 9 ਤੇ ਗਿਆ। ਹੁਣ ਆ ਕਿੰਨਾ ਆ ਗਿਆ ਆਪਣੇ ਕੋਲੇ? 2400 ਇੰਟੂ 14। ਤਾਂ 23,600 ਆਪਣੇ ਕੋਲੇ ਕੀ ਆ ਗਿਆ? 23,600 ਆਪਣੇ ਕੋਲੇ ਕੀ ਆਇਆ? ਵੀ ਸਾਰੇ ਕਿੰਨੇ ਪੀਐਨ ਆ ਉਹਨਾਂ ਦਾ ਆਪਣੇ ਕੋਲੇ ਟੋਟਲ ਕਿੰਨਾ ਆ ਗਿਆ? 23,600। ਇੱਕ ਵਾਰ ਮੈਂ ਕੁਐਸਚਨ ਚੈੱਕ ਕਰ ਲਵਾਂਗਾ, ਆਪਣੇ ਕਿਤੇ ਮਿਸਟੇਕ ਨਾ ਹੋ ਜਾਏ। ਠੀਕ ਹੈ। ਠੀਕ ਹੈ। ਤਾਂ 23,600 ਆਪਣੇ ਕੋਲੇ ਕੀ ਆ ਗਈ? ਸਾਰੇ ਪੀਐਨ ਦੀ ਕਿੰਨੀ ਸੈਲਰੀ, ਟੋਟਲ ਸਾਰੇ ਪੀਐਨ। ਹੁਣ ਆਪਣੇ ਕੋਲੇ ਜੇ ਆਪਣੇ ਕੋਲੇ ਟੋਟਲ ਆ ਗਈ ਤਾਂ ਆਪਾਂ ਨੂੰ ਟੋਟਲ ਪੀਐਨ ਵੀ ਪਤਾ ਹੋਣੇ ਚਾਹੀਦੇ ਆ ਵੀ ਟੋਟਲ ਪੀਐਨ ਕਿੰਨੇ ਆ। ਤਾਂ ਨੰਬਰ ਆਫ ਕਲਰਕ ਆਪਾਂ ਨੂੰ ਦੇ ਰੱਖਿਆ 28, ਤਾਂ ਰੇਸ਼ੋ ਦੇ ਵਿੱਚ ਕਲਰਕ ਕਿੰਨੇ ਆ? 7। ਤਾਂ 7 ਬਰਾਬਰ 28, ਦੈਟ ਮੀਨਸ 7 ਬਰਾਬਰ ਕਿੰਨਾ? 28। ਤਾਂ 1 ਦੀ ਵੈਲਿਊ ਕਿੰਨੀ ਆ ਗਈ? 28/7, 4। ਠੀਕ ਹੈ। ਆਪਾਂ ਕੱਢਣੀ ਕੀ ਹੈ? ਪੀਐਨ।
ਤਾਂ 4 ਦੀ ਵੈਲਿਊ ਕਿੰਨੀ ਆਊਗੀ 4 × 4 16 ਦੈਟ ਮੀਨਸ ਆਪਣੇ ਕੋਲੇ ਜਿਹੜੇ ਪੀਐਨਸ ਹੈ ਉਹ ਕਿੰਨੇ ਹੈ 16 ਤਾਂ ਹੁਣ ਆਪਣੇ ਕੋਲੇ ਸਾਰੇ ਪੀਐਨਸ ਦੀ ਰੇਸ਼ੋ ਉਹ ਆ ਗਈ ਸੈਲਰੀ ਵੀ ਸਾਰੇ ਪੀਐਨ ਨੂੰ ਟੋਟਲ ਇੰਨੀ ਮਿਲ ਰਹੀ ਹੈ ਡਿਵਾਈਡ ਕਰ ਦਾਂਗੇ ਨੰਬਰ ਆਫ ਪੀਐਨ ਤਾਂ ਆਪਣੇ ਕੋਲੇ ਕੀ ਆ ਜਾਊਗੀ ਈਚ ਪੀਐਨ ਦੀ ਸੈਲਰੀ ਕਿੰਨੀ ਤਾਂ ਇਹਨੂੰ ਡਿਵਾਈਡ ਜਦੋਂ ਕਰਾਂਗੇ ठीक है 59 ਕਿਤੇ ਆਪਣੇ ਕੋਲ ਮਿਸਟੇਕ ਹੋਈ ਦੁਬਾਰਾ ਆਪਾਂ ਗੱਲ ਸਕਰੀਨ ਚੈੱਕ ਕਰਦੇ ਹਾਂ 1 ਸੈਕਿੰਡ ਹੁਣ ਦੇਖੋ ਕੀ ਸੀ ਆਪਣੇ ਕੋਲੇ 2400 ਇੱਥੇ ਆਪਣੇ ਕੋਲੇ 300 ਦਾ ਇੱਥੇ ਆਪਾਂ ਇੱਕ ਲੈ ਲਿਆ ਇੱਥੇ ਮਿਸਟੇਕ ਹੋ ਗਈ ਤਾਂ ਟੋਟਲ ਕਿੰਨਾ ਸੀ 33600 ਤਾਂ ਟੋਟਲ ਸਾਰੇ ਪੇਨਾਂ ਦਾ ਕਿੰਨਾ 33600 33600 ਕੀ ਹੈ ਆਪਣੇ ਜਿੰਨੇ ਪੇਨ ਹੈ ਉਹਨਾਂ ਦਾ ਕਿੰਨਾ ਟੋਟਲ ਸੈਲਰੀ 33600 ਮਿਲ ਰਹੀ ਹੈ ਪੀਐਨਸ ਹੁਣ ਪੀਐਨਸ ਕਿੰਨੇ ਸੀ ਆਪਾਂ ਕੱਢੇ ਸੀ 16 ਤਾਂ 33600 ਡਿਵਾਈਡਡ ਬਾਈ 16 ਠੀਕ ਹੈ ਤਾਂ 16 ਤੋਂ ਨਹੀਂ 32 16 16 2100 ਤਾਂ 2100 ਰੁਪਏ ਆਪਣੇ ਕੋਲੇ ਕੀ ਆ ਗਿਆ ਕਿਸੇ ਵੀ ਇੱਕ ਪੀਐਨ ਦੀ ਸੈਲਰੀ ਵੀ ਹੁਣ ਆਪਣਾ ਇੱਕ ਪੀਐਨ ਕਿੰਨੀ ਸੈਲਰੀ ਲੈ ਰਿਹਾ ਤਾਂ ਉਹ ਆਪਸ਼ਨ ਸੀ ਕਰੈਕਟ ਹੈ 2100 ਰੁਪਏ ਠੀਕ ਹੈ ਜੀ ਚਲੋ ਜੀ ਹੁਣ ਕੀ ਹੈ ਕਹਿੰਦੇ ਰੇਸ਼ੋ ਆਫ ਨੰਬਰ ਆਫ ਆਫੀਸਰ ਕਲਰਕ ਐਂਡ ਪੀਐਨ ਆਫੀਸਰ ਕਲਰਕ ਤੇ ਪੀਐਨ ਦੀ ਰੇਸ਼ੋ ਕਿੰਨੀ ਆ ਗਈ 2:6:3 ਤਾਂ ਨੰਬਰ ਆਫ ਆਫੀਸਰ ਕਲਰਕ ਤੇ ਪੀਐਨ ਦੀ ਆਪਣੇ ਕੋਲੇ ਰੇਸ਼ੋ ਹੈ ਇੰਨੀ ਫਿਰ ਕਹਿੰਦੇ ਈਚ ਦੀ ਸੈਲਰੀ ਕਿੰਨੀ ਆ ਨੰਬਰ ਹੈ ਆ ਈਚ ਹੈ ਤਾਂ ਈਚ ਦੀ ਸੈਲਰੀ ਕਿੰਨੀ ਹੈ ਰੇਸ਼ੋ ਦੇ ਵਿੱਚ 20 12 7 ਠੀਕ ਹੈ ਕਹਿੰਦੇ ਨੰਬਰ ਆਫ ਪੀਐਨਸ ਇਨ ਆਫਿਸ ਆਰ ਇੰਨਾ ਐਂਡ ਦ ਸੈਲਰੀ ਆਫ ਈਚ ਕਲਰਕ ਇਜ਼ ਇੰਨਾ ਫਾਈਂਡ ਦ ਟੋਟਲ ਐਕਸਪੈਂਡੀਚਰ ਔਨ ਸੈਲਰੀ ਆਫ ਆਫਿਸ ਠੀਕ ਹੈ ਜੀ ਤਾਂ ਆਪਾਂ ਕੀ ਕੱਢਣਾ ਟੋਟਲ ਐਕਸਪੈਂਡੀਚਰ ਕੱਢਣਾ ਵੀ ਸੈਲਰੀ ਦੇ ਉੱਤੇ ਕਿੰਨਾ ਹੋ ਰਿਹਾ ਤਾਂ ਨੰਬਰ ਦੇ ਵਿੱਚ ਈਚ ਨੂੰ ਮਲਟੀਪਲਾਈ ਕਰਾਂਗੇ ਮੰਨ ਲਓ 10 ਬੰਦਿਆਂ ਨੂੰ ਤੁਸੀਂ 1000 ਰੁਪਏ ਸੈਲਰੀ ਦੇ ਰਹੇ ਹੋ ਤੇ ਟੋਟਲ ਤੁਹਾਡਾ ਖਰਚਾ ਐਕਸਪੈਂਡੀਚਰ ਹੋ ਰਿਹਾ 10000 ਰੁਪਏ ਤਾਂ ਸੈਲਰੀ ਟੋਟਲ ਐਕਸਪੈਂਡੀਚਰ ਕਿੰਨਾ ਆ ਗਿਆ 10000 ਰੁਪਏ ਤਾਂ ਹੁਣ ਦੇਖੋ ਨੰਬਰ ਆਫ ਆਫਿਸਰ ਕਲਰਕ ਦੇ ਪੀਐਨ ਹੈ ਤਾਂ ਰੇਸ਼ੋ ਕਿੰਨੀ ਆਊਗੀ 40 ਕੀ ਆ ਰੇਸ਼ੋ ਕਿਸ ਦੀ ਆ ਗਈ ਤੁਹਾਡੇ ਕੋਲੇ ਟੋਟਲ ਐਕਸਪੈਂਡੀਚਰ ਦੈਟ ਮੀਨਸ ਟੋਟਲ ਐਕਸਪੈਂਡੀਚਰ ਕਾਹਦਾ ਵੀ ਸੈਲਰੀ ਦੇ ਉੱਤੇ ਪਾਰਟਿਕੂਲਰ ਪੋਸਟ ਦੇ ਲਈ ਵੀ ਆਫਿਸਰ ਤੇ ਇੰਨਾ ਖਰਚਾ ਹੋ ਰਿਹਾ ਕਲਰਕ ਦੀ ਸੈਲਰੀ ਤੇ ਇੰਨਾ ਖਰਚਾ ਹੋ ਰਿਹਾ ਤੇ ਪੀਐਨ ਦੀ ਸੈਲਰੀ ਦੇ ਉੱਤੇ ਇੰਨਾ ਖਰਚਾ ਹੋ ਰਿਹਾ ਹੁਣ ਆਪਾਂ ਨੂੰ ਕੀ ਗਿਵਨ ਹੈ ਕਹਿੰਦੇ ਇਫ ਦ ਨੰਬਰ ਆਫ ਪੀਐਨ ਇੰਨੇ ਨੰਬਰ ਆਫ ਪੀਐਨ ਦੈਟ ਮੀਨਸ ਆ 3 ਬਰਾਬਰ ਕਿੰਨਾ ਹੈ 21 ਹੈ 3 ਬਰਾਬਰ ਕਿੰਨਾ 21 ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਕੀਤਾ ਵੀ ਇੱਕ ਕਲਰਕ ਦੀ ਸੈਲਰੀ ਇੰਨੀ ਹੈ ਇੱਕ ਕਲਰਕ ਦੀ ਸੈਲਰੀ ਕਿੰਨੀ ਹੈ 3600 ਰੁਪਏ ਤਾਂ ਹੁਣ ਦੇਖੋ ਇੱਕ ਕਲਰਕ ਦੀ ਸੈਲਰੀ 3600 ਰੁਪਏ ਆਪਾਂ ਨੂੰ ਦੇ ਰੱਖੀ ਹੈ ਜੇ ਆਪਾਂ ਇਹਦੇ ਵਿੱਚ ਮਲਟੀਪਲਾਈ ਕੀ ਕਰ ਦਾਂਗੇ ਨੰਬਰ ਆਫ ਕਲਰਕ ਵੀ ਕਿੰਨੇ ਕਲਰਕ ਹੈ ਤਾਂ ਆਪਣੇ ਕੋਲੇ ਟੋਟਲ ਐਕਸਪੈਂਡੀਚਰ ਕਿਹਦਾ ਆ ਜੂ ਵੀ ਕਲਰਕ ਦੀ ਸੈਲਰੀ ਦੇ ਉੱਤੇ ਟੋਟਲ ਐਕਸਪੈਂਡੀਚਰ ਆਪਣਾ ਕਿੰਨਾ ਆ ਰਿਹਾ ਆਪਣੇ ਕੋਲੇ ਉਹ ਆ ਜੂ ਤਾਂ ਹੁਣ ਦੇਖੋ ਆ 3 ਦੀ ਵੈਲਿਊ ਕਿੰਨੀ ਹੈ 21 ਹੈ ਜਿਹੜੀ ਆਪਾਂ ਨੂੰ ਕੀ ਗਿਵਨ ਹੈ ਤਾਂ ਆਪਾਂ ਕੱਢਾਂਗੇ ਕਲਰਕ ਤਾਂ 6 ਬਰਾਬਰ ਕਿੰਨਾ ਆ ਜੂ ਤਾਂ ਕਿੰਨਾ ਆ ਗਿਆ 42 ਹੁਣ ਆ 42 ਕੀ ਆ ਗਿਆ ਆਪਣੇ ਕੋਲੇ ਨੰਬਰ ਆਫ ਕਲਰਕ ਵੀ ਆਫਿਸ ਦੇ ਵਿੱਚ ਕਲਰਕ ਕਿੰਨੇ ਆ 42 ਹੁਣ ਇੱਕ ਕਲਰਕ 3600 ਰੁਪਏ ਸੈਲਰੀ ਲੈ ਰਿਹਾ ਤੇ 42 ਕਲਰਕ ਕਿੰਨੀ ਲੈਣਗੇ 3600 ਗੁਣਾ 42 ਤਾਂ ਚਾਹੇ ਕਰਨ ਦੀ ਲੋੜ ਨਹੀਂ ਤੁਹਾਨੂੰ ਜ਼ੀਰੋ ਲਾਉਣ ਦੀ ਪਿੱਛੇ 2 ਜ਼ੀਰੋਸ ਤਾਂ 15 12 ਆ ਆਪਣੇ ਕੋਲੇ ਕੀ ਆ ਗਿਆ ਵੀ ਨੰਬਰ ਆਫ ਜਿਹੜੇ ਕਲਰਕ ਹੈ ਉਹ ਟੋਟਲ ਸੈਲਰੀ ਕਿੰਨੀ ਲੈ ਰਿਹਾ ਹੈ ਇੰਨੀ ਠੀਕ ਹੈ ਜੀ ਤਾਂ ਹੁਣ ਇਸ ਦੇ ਵਿੱਚ ਜਦੋਂ ਟੋਟਲ ਐਕਸਪੈਂਡੀਚਰ ਦੇਖਾਂਗੇ
ਤੇ ਟੋਟਲ ਐਕਸਪੈਂਡੀਚਰ ਆਪਣਾ 72 ਹੈ। ਤਾਂ 72 ਦੀ ਵੈਲਿਊ ਆਪਾਂ ਨੂੰ ਗਿਵਨ ਹੈ 151200। ਤਾਂ 72 ਬਰਾਬਰ ਕਿੰਨਾ ਆ ਗਿਆ 151200। ਆਪਾਂ ਨੂੰ ਕੱਢਣ ਨੂੰ ਕੀ ਕਿਹਾ ਟੋਟਲ ਐਕਸਪੈਂਡੀਚਰ। ਤਾਂ ਟੋਟਲ ਕਿੰਨਾ ਹੋਊਗਾ 72 ਪਲੱਸ 21 ਪਲੱਸ 40। 133 ਦੀ ਵੈਲਿਊ ਆਪਾਂ ਨੂੰ ਕੱਢਣ ਨੂੰ ਕਹੀ ਹੈ। ਤਾਂ 133 ਬਰਾਬਰ ਕਿੰਨਾ ਹੋਊਗਾ ਕਿੰਨਾ ਤੇ ਜਾ ਰਿਹਾ 2 ਤੇ ਜਾਊਗਾ 22 ਤੇ। ठीक है ਤਾਂ ਵੈਲਿਊ ਕਿੰਨੇ ਸੀਗੀ 2100 ਰੁਪਏ ਤੇ। ਠੀਕ ਹੈ ਤਾਂ ਆਪਣੇ ਕੋਲੇ ਟੋਟਲ ਕਿੰਨਾ ਆ ਗਿਆ 133 ਗੁਣਾ 21। ਆ ਤੁਹਾਡੇ ਕੋਲੇ ਆਨਸਰ ਆ ਗਿਆ 279300। ਤਾਂ ਹੁਣ ਇਹ ਧਿਆਨ ਦੇਣੇ ਆ ਅੱਜ ਕੱਲ ਜਿੰਨੇ ਵੀ ਕੁਐਸਚਨਸ ਆ ਰਹੇ ਚਾਹੇ ਕਿਸੇ ਵੀ ਐਗਜ਼ਾਮ ਦੇ ਵਿੱਚ ਆ ਰਹੇ ਆ ਉਹ ਇਸ ਟਾਈਪ ਦੇ ਕੁਐਸਚਨਸ ਆ ਰਹੇ ਜਿਹਦੇ ਵਿੱਚ ਕੈਲਕੂਲੇਸ਼ਨਸ ਕੀ ਹੋਣਗੀਆਂ ਆਪਣੀਆਂ ਲੰਬੀਆਂ ਹੋਣਗੀਆਂ। ਤਾਂ ਇਹ ਕੈਲਕੂਲੇਸ਼ਨ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਸੈਪਰੇਟ ਇੱਕ ਕਲਾਸ ਲਗਾਵਾਂਗੇ ਜਿਹਦੇ ਵਿੱਚ ਕਿਵੇਂ ਤੁਸੀਂ ਕੈਲਕੂਲੇਸ਼ਨ ਫਾਸਟ ਕਰਨੀ ਹੈ, ਕਿਵੇਂ ਕੋਈ ਵੀ ਕੈਲਕੂਲੇਸ਼ਨ ਕਰਨੀ ਹੈ, ਮਲਟੀਪਲੀਕੇਸ਼ਨ, ਡਿਵੀਜ਼ਨ, ਸਕੁਆਇਰ ਰੂਟਸ, ਕਿਊਬ ਰੂਟਸ, ਉਹ ਸਾਰੇ ਆਪਾਂ ਨੂੰ ਤੁਹਾਨੂੰ ਦੱਸਾਂਗੇ। ਤਾਂ ਆਪਾਂ ਜੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਆਪਾਂ ਉਹੀ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਐਗਜ਼ਾਮ ਦੇ ਵਿੱਚ ਆਏਗੀ। ਦੈਟ ਮੀਨਸ ਲੌਂਗ ਕੈਲਕੂਲੇਸ਼ਨ। ਜਿੰਨੇ ਵੀ ਤੁਸੀਂ ਛੋਟੇ ਤੋਂ ਛੋਟਾ ਐਗਜ਼ਾਮ ਚੱਕ ਕੇ ਦੇਖ ਲਓ ਅੱਜ ਕੱਲ੍ਹ ਕੈਲਕੂਲੇਟਿਵ ਪੇਪਰ ਆ ਰਹੇ ਹਮੇਸ਼ਾ, ਉਹਦੇ ਵਿੱਚ ਐਂ ਵੱਡੇ ਵੱਡੇ ਵੈਲਿਊਜ਼ ਦਿੱਤੀਆਂ ਹੁੰਦੀਆਂ। ਤਾਂ ਆਪਾਂ ਨੂੰ ਉਸ ਟਾਈਪ ਦੀ ਪ੍ਰੈਕਟਿਸ ਵੀ ਕਰਨੀ ਚਾਹੀਦੀ ਹੈ। ਹੁਣ ਮੈਂ ਤੁਹਾਨੂੰ ਪ੍ਰੈਕਟਿਸ ਕਰਵਾਉਣਾ ਸੌਖੇ ਸੌਖੇ ਕੁਐਸਚਨ ਦੇ ਵਿੱਚ, ਤੇ ਆ ਜਾਣ ਆਪਾਂ ਨੂੰ ਵੱਡੇ ਵੱਡੇ ਕੁਐਸਚਨਸ ਤਾਂ ਉਹ ਦਿੱਕਤ ਹੋ ਜੂਗੀ। ਤਾਂ ਇਸੇ ਦੇ ਨਾਲ ਹੀ ਤੁਹਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਆਈ ਹੋਪ ਸੋ ਤੁਹਾਨੂੰ ਕੁਐਸਚਨਸ ਅੱਜ ਦੇ ਅੱਛੇ ਲੱਗੇ ਹੋਣਗੇ। ਥੋੜੇ ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਲੰਬੇ ਹੈ, ਬਟ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਹੌਲੀ ਹੌਲੀ ਸਪੀਡ ਆਪਣੇ ਆਪ ਤੁਹਾਡੀ ਲੈਵਲ ਅਪ ਹੋਣਾ ਸਟਾਰਟ ਹੋ ਜਾਊਗਾ। ਸੋ ਪਲੀਜ਼ ਪ੍ਰੈਕਟਿਸ ਕਰਦੇ ਰਹੋ। ਜੇ ਕੋਈ ਤੁਹਾਨੂੰ ਕੁਐਰੀ ਹੈ, ਕੋਈ ਡਾਊਟ ਹੈ ਤਾਂ ਤੁਹਾਨੂੰ ਤਾਂ ਪਹਿਲਾਂ ਵੀ ਦੱਸਿਆ ਆਹ ਨੰਬਰ ਹੈਗਾ, ਇਸ 'ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਜਿੰਨਾ ਵੀ ਕੰਟੈਂਟ ਹੈ ਉਹ ਤੁਹਾਨੂੰ ਫ੍ਰੀ ਆਫ ਕਾਸਟ YouTube 'ਤੇ ਪ੍ਰੋਵਾਈਡ ਕਰਾਇਆ ਜਾਊਗਾ। ਪੂਰਾ ਚੈਪਟਰ ਜਿੰਨੇ ਵੀ ਲੈਕਚਰਸ ਹੋਣਗੇ, ਪਲੱਸ ਇਨ ਐਡੀਸ਼ਨ ਜਿੰਨੀਆਂ ਵੀ ਪ੍ਰੈਕਟਿਸ ਸ਼ੀਟਸ ਹੈ, ਲੈਕਚਰ ਵਾਈਜ਼ ਪ੍ਰੈਕਟਿਸ ਸ਼ੀਟਸ ਬਣ ਰਹੀਆਂ ਨੇ ਤੇ ਉਹ ਬਹੁਤ ਹੀ ਅੱਛੇ ਲੈਵਲ ਦੇ ਕੁਐਸਚਨਸ ਹੋਣਗੇ। ਤੇ ਜਿਹੜੇ ਲੈਕਚਰ 'ਚ ਕੁਐਸਚਨਸ ਕਰਾਂਗੇ ਉਸ ਦੇ ਨਾਲ ਰਿਲੇਟਡ ਹੋਣਗੇ ਤਾਂ ਕਿ ਤੁਹਾਡੀ ਕੌਨਫੀਡੈਂਸ ਹੋਰ ਬਿਲਟਅਪ ਹੋ ਸਕੇ। ਸੋ ਪਲੀਜ਼ ਉਹਨਾਂ ਨੂੰ ਐਪ 'ਤੇ ਤੁਹਾਨੂੰ ਦੱਸਿਆ ਵੀ ਐਪ ਦੇ ਵਿੱਚ ਨੀਚੇ ਸਟੋਰ ਦੀ ਆਪਸ਼ਨ ਹੋਏਗੀ, ਉਹ ਸਟੋਰ ਦੇ ਵਿੱਚ ਜਾ ਕੇ ਤੁਸੀਂ ਉਹ ਕੁਐਸਚਨਸ ਦੇ ਵਰਕਸ਼ੀਟਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।